ਗੁਰਮਤਿ ਕਲਾਸ ਵਿੱਚ ਆਏ ਹੋਏ ਸਾਰੇ ਹੀ ਜਿਤਨੇ ਵੀ ਪਾਰਟਿਸਪੈਂਟ ਹਨ, ਵੀਰ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ। ਕਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਮੂਲ ਮੰਤਰ ਗੁਰਮੰਤਰ ਦਾ ਜਾਪ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਕਾਗਰਚਿਤ ਹੋਈਏ, ਕਿ ਸਤਿਗੁਰੂ ਜੀ ਦੇ ਗੁਣਾਂ ਦਾ ਧਿਆਨ ਰੱਖਦੇ ਹੋਏ ਅਸੀਂ ਵੀ ਉਹਨਾਂ ਗੁਣਾਂ ਨੂੰ ਧਾਰਨ ਕਰੀਏ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਰਹਿਮਤ ਕਿਰਪਾ ਬਖਸ਼ ਸਦਕਾ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਜੁੜਨ ਦਾ ਸਮਾਂ ਪ੍ਰਾਪਤ ਹੁੰਦਾ ਹੈ। ਗੁਰੂ ਦੇ ਗੁਣ ਗਾਉਣੇ, ਗੁਰੂ ਦੇ ਗੁਣਾਂ ਦੀ ਵਿਚਾਰ ਕਰਨੀ, ਇਹ ਸਤਿਗੁਰੂ ਦੀ ਗੋਦ ਹੁੰਦੀ ਹੈ। ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨਾ ਇਸ ਸਤਿਗੁਰੂ ਦੇ ਨਦਰ ਦੇ ਪਾਤਰ ਬਣਨ ਦਾ ਢੰਗ ਹੈ। ਜਿਵੇਂ ਜਿਵੇਂ ਅਸੀਂ ਗੁਣਾਂ ਨੂੰ ਗ੍ਰਹਿਣ ਕਰਦੇ ਜਾਵਾਂਗੇ, ਤਿਵੇਂ ਤਿਵੇਂ ਅਸੀਂ ਸਤਿਗੁਰੂ ਜੀ ਦੇ ਨਾਲ ਆਪਣਾ ਰਿਸ਼ਤਾ ਹੋਰ ਪੱਕਾ ਕਰਦੇ ਜਾਵਾਂਗੇ। ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਕਿਰਪਾ ਸਦਕਾ ਅਸੀਂ ਸਿੱਧ ਗੋਸ਼ਟ ਦੀ ਬਾਣੀ ਨੂੰ ਆਰੰਭ ਕੀਤਾ ਹੋਇਆ। 29 ਪੌੜੀਆਂ ਦੀ ਵਿਚਾਰ ਅਸੀਂ ਪਿਛਲੀਆਂ ਸ਼ਬਦ ਵਿਚਾਰਾਂ ਨਾਲ ਹੀ ਕਰ ਚੁੱਕੇ ਹਾਂ। 29ਵੀਂ ਪੌੜੀ ਜੋ ਅਸੀਂ ਐਤਵਾਰਾਂ ਵਾਲੇ ਦਿਨ ਵਿਚਾਰ ਕੀਤੀ ਸੀ, ਗੁਰੂ ਮਹਾਰਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਵਿੱਚ ਜੋ ਮਾਰਗ ਦਰਸ਼ਨ ਕੀਤਾ ਹੈ ਕਿ ਗੁਰੂ ਅਨੁਸਾਰੀ, ਗੁਰੂ ਦੇ ਮਾਰਗ ਤੇ ਚੱਲਣ ਵਾਲਾ, ਗੁਰੂ ਦੇ ਦੱਸੇ ਰਸਤੇ ਤੇ ਚੱਲਣ ਵਾਲਾ ਮਨੁੱਖ ਗੁਰੂ ਦੀ ਦਸਤੀ ਵਿਚਾਰ ਕਰਕੇ ਉਸ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਹੈ। ਗੁਣ ਗਾਵਤ 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 ਗਾਉਂਦਿਆਂ 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 ਫਿਰ ਉਹਦੀ ਮੈਲ ਉਤਰ ਜਾਂਦੀ ਹੈ। ਅੰਦਰੋਂ ਜਿਹੜੀ ਮੈਲ ਸਾਡੇ ਅੰਦਰ ਲੱਗੀ ਹੋਈ ਹੈ ਵਿਕਾਰਾਂ ਦੀ, ਉਹ ਉਤਰਦੀ ਹੈ। ਜਿਵੇਂ ਜਿਵੇਂ ਅਸੀਂ ਗੁਣ ਗਾਉਂਦੇ ਹਾਂ, ਕਿਸੇ ਵਾਸਤੇ ਵਾਹਿਗੁਰੂ ਦੇ ਗੁਣਾਂ ਨੂੰ ਬਾਰ-ਬਾਰ ਗਾਉਣ ਦੀ ਗੱਲ ਹਦਾਇਤ ਕੀਤੀ ਗਈ ਹੈ ਕਿ ਲੱਗੀ ਹੋਈ ਮੈਲ ਨੂੰ ਅਸੀਂ ਵਾਹਿਗੁਰੂ ਦੀ ਯਾਦ ਪਿਆਰ ਦੇ ਨਾਲ ਲਾ ਸਕੀਏ। ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਜਿਹਦਾ ਸਹੀ ਸਰੂਪ ਜਿਹੜਾ ਅਕਥ ਹੈ, ਉਹ ਵੀ ਅਕਥ ਹੈ, ਉਹਦੇ ਗੁਣ ਕਥਨੇ ਵੀ ਅਕਥ ਹਨ। ਇੱਕ ਯਤਨ ਹੁੰਦਾ ਹੈ, ਲੇਕਿਨ ਉਹਦੀ ਕਹਾਣੀਆਂ ਨੂੰ, ਉਹਦੇ ਗੁਣਾਂ ਨੂੰ ਸ਼ਬਦਾਂ ਵਿੱਚ ਬੰਨ੍ਹ ਲੈਣਾ ਤੇ ਸ਼ਬਦਾਂ ਨਾਲ ਵਿਚਾਰ ਕਰ ਲੈਣੀ, ਇਹ ਸੰਭਵ ਬਾਤ ਨਹੀਂ ਹੈ। ਲੇਕਿਨ ਇੱਕ ਛੋਟਾ ਜਿਹਾ ਯਤਨ ਹੁੰਦਾ ਹੈ ਵੀ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਉਹਨੂੰ ਸਮਝੀਏ
ਅੰਤ ਨਹੀਂ ਪਾਉਣ ਵਾਲੇ ਪਾਸੇ ਜਾਂਦੇ, ਸਮਝਣ ਵਾਲੇ ਪਾਸੇ ਸਾਡੀ ਸੋਚ ਜਾਣੀ ਚਾਹੀਦੀ ਹੈ। ਕਿਉਂਕਿ ਅੰਤ ਇਹ ਐਸਾ ਸਾਗਰ ਹੈ, ਜਿੰਨੇ ਹੋਰ ਗਹਿਰੇ ਚਲੇ ਜਾਵਾਂਗੇ, ਡੂੰਘੇ ਹੁੰਦੇ ਜਾਵਾਂਗੇ, ਹੋਰ ਡੂੰਘਾ ਹੁੰਦਾ ਜਾਏਗਾ। ਜਿੰਨਾ ਹੋਰ ਉਚਾਈਆਂ ਤੇ ਚਲੇ ਜਾਵਾਂਗੇ, ਇਹ ਹੋਰ ਉੱਚਾ ਹੁੰਦਾ ਜਾਏਗਾ। ਇਸ ਵਾਸਤੇ ਇਹ ਸੋਚ ਕੇ ਕਦੀ ਵੀ ਇਸ ਮਾਰਗ ਤੇ ਨਹੀਂ ਤੁਰਨਾ ਚਾਹੀਦਾ ਵੀ ਅਸੀਂ ਸ਼ਾਇਦ ਉਹਦੇ ਗੁਣਾਂ ਦਾ ਅੰਤ ਪਾ ਲਿਆ। ਅੰਤ ਕਾਰਨ ਕੀਤੇ ਬਿਲਾ ਹੈ। ਬਹੁਤਿਆਂ ਨੇ ਯਤਨ ਵੀ ਕੀਤਾ, ਪਰ ਉਹ ਕੋਈ ਵੀ ਉਹਦਾ ਅੰਤ ਨਾ ਪਾ ਸਕਿਆ, ਸਗੋਂ ਜ਼ਿੰਦਗੀ ਦੀ ਬਾਜੀ ਹਾਰ ਗਏ। ਇਸੇ ਗੁਰੂ ਪਾਤਸ਼ਾਹ ਜੀ ਨੇ ਉਸੇ ਪੌੜੀ ਦੇ ਵਿੱਚ ਗੱਲ ਸਮਝਾਈ ਸੀ ਵੀ ਜਿਹੜਾ ਜਗਿਆਸੂ ਹੈ, ਉਸ ਨੂੰ ਘਰ ਛੱਡਣ ਦੀ ਲੋੜ ਨਹੀਂ, ਪਰਿਵਾਰ ਤਿਆਗਣ ਦੀ ਲੋੜ ਨਹੀਂ, ਉਸ ਨੂੰ ਗ੍ਰਸਥ ਛੱਡਣ ਦੀ ਲੋੜ ਨਹੀਂ। ਜੋਗੀਓ, ਤੁਹਾਡਾ ਮਤ ਕਹਿੰਦਾ ਹੈ ਕਿ ਗ੍ਰਸਥ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ, ਪਰ ਗੁਰੂ ਨਾਨਕ ਪਾਤਸ਼ਾਹ ਦਾ ਮਤ ਕਹਿੰਦਾ ਹੈ ਕਿ ਇਹ ਪ੍ਰਵਿਰਤੀ ਨਿਵਿਰਤੀ ਜਿਹੜੇ ਹਨ ਇੱਕੋ ਜਿਹੇ ਹੁੰਦੇ ਨੇ। ਰਾਜਨ ਜੋਗ ਕਰਹਾਂ ਦਾ ਸਿਧਾਂਤ ਗੁਰੂ ਪਾਤਸ਼ਾਹ ਨੇ ਦਿੱਤਾ ਹੈ, ਨਾ ਕਿ ਜੋਗੀ ਬਣਨ ਦਾ ਸਿਧਾਂਤ ਇਕੱਲਾ ਦਿੱਤਾ ਹੈ। ਇੱਥੇ ਗੁਰੂ ਸਾਹਿਬ ਜੀ ਨੇ ਇਹ ਗੱਲ ਸਮਝਾਈ ਕਿ ਘਰ-ਬਾਰ 'ਚ ਰਹਿੰਦਾ ਹੋਇਆ ਵੀ, ਪਰਿਵਾਰ 'ਚ ਰਹਿੰਦਾ ਹੋਇਆ ਵੀ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਜਾਂਦਾ ਹੈ। ਜਿਹੜੇ ਗੁਰੂ ਦੇ ਸਨਮੁਖ ਹੋ ਜਾਂਦੇ ਹਨ, ਗੁਰੂ ਦੇ ਅਨੁਸਾਰ ਹੀ ਹੋ ਕੇ ਜੀਵਨ ਬਤੀਤ ਕਰਦੇ ਆ, ਉਹਨਾਂ ਦੇ ਹਿਰਦੇ ਵਿੱਚ ਫਿਰ ਅੰਦਰੋਂ ਭਿੱਜ ਕੇ ਪਰਮੇਸ਼ਰ ਨੂੰ ਯਾਦ ਕਰਦੇ ਆ, ਉੱਤੋਂ ਨਹੀਂ, ਕੇਵਲ ਗੱਲਾਂ ਨਾਲ ਨਹੀਂ, ਸਗੋਂ ਅੰਦਰੋਂ ਭਿੱਜ ਕੇ ਆਪਣੇ ਹਿਰਦੇ ਨੂੰ ਚੰਗੀ ਤਰ੍ਹਾਂ ਜੋ ਗੁਰੂ ਨੇ ਬਚਨ ਕਿਹਾ ਉਹਦੇ ਪੱਲੇ ਨਾਲ ਗੰਢ, ਉਹਦੇ ਆਪਣੇ ਪੱਲੇ ਨਾਲ ਗੰਢ ਮਾਰ ਲਈ, ਔਰ ਫਿਰ ਅੰਦਰ ਉਹਨੂੰ ਪਿਆਰ ਨਾਲ, ਜਿਵੇਂ ਜਿਵੇਂ ਅਸੀਂ ਪਿਆਰ ਦੇ ਨਾਲ ਗੁਰੂ ਦੀ ਗੱਲ ਸੁਣਦੇ ਹਾਂ, ਜਿਵੇਂ ਜਿਵੇਂ ਉਸ ਗੱਲ ਤੇ ਅਮਲ ਕਰਦੇ ਹਾਂ, ਤਿਵੇਂ ਤਿਵੇਂ ਸਾਡੀ ਆਤਮਿਕ ਰੰਗਤ ਚੜ੍ਹਦੀ ਜਾਂਦੀ ਹੈ। ਗੁਰੂ ਪਾਤਸ਼ਾਹ ਜੀ ਨੇ ਕਿਹਾ, ਪ੍ਰਭੂ ਦੇ ਨਾਲ ਮਿਲਾਪ ਲਈ ਜਦੋਂ ਇਨਸਾਨ ਅੰਦਰੋਂ ਪ੍ਰੀਤ ਪਾਉਂਦਾ ਹੈ, ਫਿਰ ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ ਅੰਦਰ ਦੀ ਪ੍ਰੀਤ ਦੇ ਨਾਲ ਹੁੰਦਾ ਕੀ ਹੈ। ਹਉਮੈ ਤੇ ਖੁਦਗਰਜੀ ਸੜ ਜਾਂਦੀ ਹੈ। ਮਨੁੱਖ ਆਪਣੇ ਮਨ ਨੂੰ ਪਰਮੇਸ਼ਰ ਨਾਲ ਜੋੜ ਕੇ ਸਾਰਿਆਂ ਵਿੱਚ ਸਰਵਵਿਆਪੀ ਪਰਮੇਸ਼ਰ ਨੂੰ ਵੇਖਦਾ ਹੈ। ਫਿਰ ਹਉਮੈ ਦੀਆਂ, ਹੰਕਾਰ ਦੀਆਂ ਦੀਵਾਰਾਂ ਟੁੱਟ ਜਾਂਦੀਆਂ ਹਨ, ਕੂੜ ਦੀ ਕੰਧ ਟੁੱਟਦੀ ਹੈ, ਔਰ ਕੂੜ ਦੀ ਕੰਧ ਟੁੱਟਣ ਕਰਕੇ ਮਨੁੱਖ ਹਮੇਸ਼ਾ ਹੀ ਪਰਮੇਸ਼ਰ ਦੀ ਯਾਦ ਵਿੱਚ ਲੀਨ ਰਹਿੰਦਾ ਹੈ, ਉਹਦੀ ਯਾਦ ਵਿੱਚ ਰੰਗਿਆ ਰਹਿੰਦਾ ਹੈ, ਉਹਦੇ ਪ੍ਰੀਤਮ ਦੇ ਦੀਦਾਰ ਦੇ ਆਨੰਦ ਮਾਣਦਾ ਰਹਿੰਦਾ ਹੈ, ਉੱਚੀ ਆਤਮਿਕ ਅਵਸਥਾ ਦੇ ਹੁਲਾਰੇ ਲੈਂਦਾ ਰਹਿੰਦਾ ਹੈ। ਜਦੋਂ ਜਦੋਂ ਮਾਲਕ ਪਰਮੇਸ਼ਰ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਪਾਤਰ ਬਣ ਜਾਂਦਾ। ਅੱਜ ਦੀ ਜਿਹੜੀ 30ਵੀਂ ਪੌੜੀ ਆਪਾਂ ਵਿਚਾਰ ਕਰਨੀ ਹੈ, ਗੁਰਮੁਖ ਧਰਤੀ ਸਾਚੈ ਸਾਜੀ, ਤਿਸ ਮੈਂ ਓਪਤ ਖਪਤ ਸੋ ਬਾਜੀ। ਗੁਰ ਕੈ ਸ਼ਬਦ ਰਪੈ ਰੰਗ ਲਾਈ, ਸਚ ਰਤੋ ਪਤ ਸਿਉ ਕਰ ਜਾਏ। ਸਾਚ ਸ਼ਬਦ ਬਿਨ ਪਤ ਨਹੀਂ ਪਾਵੈ, ਨਾਨਕ ਬਿਨ ਨਾਵੇਂ ਕਿਉ ਸਾਚ ਸਮਾਵੈ। ਸਾਚ ਸ਼ਬਦ ਬਿਨ ਪਤ ਨਹੀਂ ਪਾਵੈ, ਨਾਨਕ ਬਿਨ ਨਾਵੇਂ ਕਿਉ ਸਾਚ ਸਮਾਵੈ। ਸਤਿਗੁਰੂ ਜੀ ਦੇ ਪਾਵਨ ਬਚਨ ਗੁਰੂ ਨਾਨਕ ਪਾਤਸ਼ਾਹ ਨੇ ਜੋ ਉਚਾਰਨ ਕੀਤੇ, ਲਗਾਤਾਰ ਪਿਛਲੀਆਂ ਪੌੜੀਆਂ ਤੋਂ ਗੁਰੂ ਦੀ ਸ਼ਰਨ ਪਏ ਹੋਏ ਮਨੁੱਖ ਦੀਆਂ ਉੱਚੀਆਂ ਅਡਾਰੀਆਂ ਦੀ ਗੱਲ ਚੱਲਦੀ ਹੈ। ਪਰ ਇਸ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਖਰੀ ਦੋ ਜਿਹੜੀਆਂ ਪੰਕਤੀਆਂ ਹਨ, ਸਾਚ ਸ਼ਬਦ ਬਿਨ ਪਤ ਨਹੀਂ ਪਾਵੈ, ਨਾਨਕ ਬਿਨ ਨਾਵੇਂ ਕਿਉ ਸਾਚ ਸਮਾਵੈ। ਸਾਚ ਦਾ ਅਰਥ ਹੁੰਦਾ ਹੈ ਸਦਾ ਕਾਇਮ ਰਹਿਣ ਵਾਲਾ ਸੱਚਾ ਸ਼ਬਦ, ਗੁਰੂ ਦੇ ਬੋਲ। ਇਹਨੂੰ ਥੋੜਾ ਜਿਹਾ ਸਮਝਾਂਗੇ ਤਾਂ ਉੱਪਰਲੀਆਂ ਵਿਚਾਰਾਂ ਜਿਹੜੀਆਂ ਹਨ ਜ਼ਿਆਦਾ ਕਲੀਅਰ ਹੋ ਜਾਣਗੀਆਂ।
इंसान की जिंदगी का तत्त शब्द है। शब्द साडा गुरु है। शब्द गुर पीरा गहर गंभीरा, बिन शब्दे जग बहरान। शब्द तो बिना तो जग हनेरे विच है। जे जग हनेरे विच है तो फिर उत्ती चानण किवें होवे, रोशनी किवें होवे। कि लफ्ज जिहड़ा साथ वरत्या गया, ये कुछ समझण दी लोड़ पेगी। कोई शब्द झूठा भी हुंदा है। इत्थों एक गल सामने दिमाग विच घुमदी है, गुरु महाराज ने इत्थे साज लफ्ज क्यों गल कीती, साज शब्द क्यों वरत्या। कि शब्द कोई झूठा भी है, कोई बाणी झूठी भी है, कोई बोल झूठे भी हैं। क्योंकि जिहड़ी पहली पंक्ति धरती साचे साजी की गल है, इहनूं समझण लई सानू ये बोल जरूर समझने पैणगे गुरु महाराज दे। जिहड़ा गुरु साहब जी ने सानू ये गल समझाई, ਉਹਦੇ ਲਈ सानू आनंद साहब जी ਦੀਆਂ पौड़ियां ਦੇ विचार भी जरूर अपने मन च रखनी चाहिए है। आवो सिख सतगुरु कै प्यारिओ, गावो सच्ची बाणी। उत्थे भी सच्ची बाणी की गल की है। बाणी ता गावो गुरु केरी, बाणियां सिर बाणी। बाणियां सिर बाणी, सब तो श्रेष्ठ बाणी, गुरु दे मुखार बिन तो उचारण किए हुए बोल। फिर कहते ने जिन्हां उत्ते नदर हुंदी है, जिन को नदर कर्म होवे, हिरदे तिन्हां समानी। असल च जिन्हां ते परमेश्वर की नदर कर्म बख्शिश हुंदी है, वो सच्ची बाणी नाल जुड़दे हन। वो सच्चे तो बिना किसी होर दा ध्यान ही नहीं धरदे। पीवो अमृत सदा रहो हर रंग, जपिओ सारंग बाणी। उन्हां दी जीवन दा तत्त यह है। पर नाल गुरु साहब जी ने एक होर गल भी कही, सतगुर बिना होर कच्ची है बाणी। सतगुरु बिना होर कच्ची है बाणी। देखो बोल तो बहुत लिखे गए संसार विच, बड़े धार्मिक ग्रंथ भरे गए, बड़ियां वड्डियां पुस्तकां लिखियां गईयां, कितने कितने हजार दे होर ग्रंथ भी छपे। पर सतगुरु महाराज ने इस गुरु के सिख नूं परमेश्वर के नाम में जिहड़ी जुड़न की गल समझाई, वो सच्चे शब्द की गल समझाई। इस सच्चे शब्द की गल नहीं समझ आउंदी, धरती साचे साजे की गल भी सानू समझ नहीं आ सकती। कहानियां प्रचलित हैं धरती की साजना के उत्ते, पर जिहड़ा गुरु की शरण पै के सच्चे शब्द नाल जुड़ता है, उन्होंने गल समझ आ जाती है कि यह धरता दा सिरजनहार केवल परमेश्वर आप है। ये आपां पहलां भी विचार कर चुके हैं। समझ किहनूं आउंदी है, जिहड़ा मनुख गुरु की शरण पै के गुरु के शब्द नाल जुड़ता है, सच्चे शब्द की गल गुरु महाराज, सच्चा शब्द गुरु के रसना तो उचारण किए हुए बोल, जिहड़े बोल गुरु की रसना तो उचारण किए हैं, वो सच्चे हैं। धरती की सिरजना का जिहड़ा ख्याल गुरु साहब जी ने सानू दस्या, वो है कि इनू सिरजना करने वाला केवल अकाल पुरख वाहिगुरु आप है। उस परमेश्वर तो बिना होर ना धरती की बनाने वाली कोई शक्ति है, ना ही धरती नूं बनाने वाली कोई होर ताकत है, ना ही किसी विच होर समर्था है कि वह धरती नूं बना सकता होवे। पर पुरातन ग्रोथ स्रोत ऐसे मिलते हैं जिन्हां विच मिथਿਆਸਿਕ कहानियां भी कटियां हुई ने। आपां नूं जरूर एक गल समझ लैनी चाहिए है भी गल समझ कित्थों आउंदी है, सानू भी धरती नूं घड़न वाला केवल परमेश्वर है। असी गुरु के शब्द भी जदों जुड़दे हां, ये गल सानू समझ आ जाती है। कीता पसाओ एक को कवाओ, एक हुक्म उहदा होया, उन्हें करता, इस धरती का बसारा। फिर कहते ने तिसते हुए लख दरियाओ, लखां दरिया सब उसने पैदा कर दिते। फिर अगे पातशाह ने जिहड़ी गल कीती ना, कहते कुदरत कवन कहां विचार, वार है ना जावा एक वार। तेरी रची हुई कुदरत का तो मैं बयान, तो तेनों बयान तो करना औखा है, पर तेरी रची कुदरत का भी अंत नहीं है। वो भी तू बेहद कुदरत रची है। कुदरत भी तू तेरी बहुत वड्डी है, वो तेरा पसारा भी बड़ा वड्डा है, तू आप भी वड्डा है, तेरा पसारा भी बड़ा वड्डा है।
ਤੇ ਰਚਿਆ ਵੀ ਤੂੰ ਇੱਕੋ ਹੁਕਮ ਨਾਲ ਹੈ। ਇਹ ਸਾਨੂੰ ਗੁਰੂ ਸਾਹਿਬ ਨੇ ਜਪ ਦੀ ਬਾਣੀ ਜਪਜੀ ਸਾਹਿਬ ਵਿੱਚ ਇਹ ਗੱਲ ਸਮਝਾ ਦਿੱਤੀ। ਫਿਰ ਧਰਤੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਸਾਜੀ ਗਈ। ਜੇ ਅਸੀਂ ਇਹ ਗੱਲ ਸਮਝ ਲਈਏ, ਇਹ ਗੱਲ ਸਾਨੂੰ ਸੱਚਾ ਸ਼ਬਦ ਹੀ ਸਮਝਾਉਂਦਾ ਹੈ ਕਿ ਬ੍ਰਹਿਮੰਡ ਦੀ ਸਿਰਜਣਾ ਇਸ ਮੇਰੇ ਮਾਲਕ ਪ੍ਰਭੂ ਦੀ ਹੈ। ਧਰਤੀ, ਇਹ ਗੱਲ ਸਾਨੂੰ ਸਮਝ ਕਿੱਥੋਂ ਆਉਂਦੀ ਹੈ? ਇਹ ਗੱਲ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ, ਸ਼ਬਦ ਵਿੱਚੋਂ ਇਹ ਗੱਲ ਸਮਝ ਆਉਂਦੀ ਹੈ। ਸਾਨੂੰ ਹੀ ਸਮਝ ਨਹੀਂ ਆਉਂਦੀ। ਸਾਇੰਟਿਸਟ ਵੀ, ਨਵੇਂ ਖੋਜਕਾਰ ਵੀ ਇੱਥੋਂ ਇਹ ਸਿੱਖਣ ਦਾ ਯਤਨ ਕਰਦੇ ਨੇ ਵੀ ਧਰਤੀ ਦੀ ਹੋਂਦ ਕਿਵੇਂ ਹੋਈ। ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਸੇਧ ਬਖਸ਼ਦੇ ਆ। ਜਿਹੜਾ ਆਪਾਂ ਪਿੱਛੇ ਵਿਚਾਰ ਕੀਤੀ ਸੀ, ਹਰਬਰ ਨਰਬਤ ਧੁੰਦੂਕਾਰਾਂ ਦੀ ਗੱਲ, ਸ਼ਬਦ ਆਪਾਂ ਪੂਰਾ ਵਿਚਾਰ ਕੀਤਾ ਸੀ ਵੀ ਉਹਦੇ ਮੁਤਾਬਕ ਜਦੋਂ ਇਹ ਹੈ ਨਹੀਂ ਸੀ ਤੇ ਧਰਤੀ ਬਣੀ ਕਿਵੇਂ। ਇਹ ਗੱਲ ਗੁਰੂ ਦੀ ਸ਼ਰਨ ਪੈ ਕੇ ਸੱਚੇ ਸ਼ਬਦ ਦੀ ਗੱਲ ਸਮਝਣ ਨਾਲ ਸਮਝ ਆ ਜਾਂਦੀ ਹੈ ਵੀ ਧਰਤੀ ਨੂੰ ਬਣਾਉਣ ਵਾਲਾ ਕੇਵਲ ਕਰਤਾ ਪੁਰਖ ਮਾਲਕ ਆਪ ਹੈ। ਇਹ ਸਾਡੇ ਸ਼ਬਦ ਨੇ ਸਾਨੂੰ ਇਹ ਗੱਲ ਸਮਝਾਈ। ਆਪੀ ਨੇ ਆਪ ਸਾਜ ਆਪ ਪਛਾਣਿਆ ਤੇ ਮਾਲਕ ਨੇ ਆਪ ਹੀ ਆਪਣੇ ਆਪ ਨੂੰ ਬਣਾਇਆ, ਆਪ ਹੀ ਇਸ ਧਰਤੀ ਦੇ ਉੱਤੇ ਸਾਰਿਆਂ ਨੂੰ ਸਿਰਜਣਾ ਕੀਤੀ। ਇਹ ਮਲਾਰ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਹੀ ਬਚਨ ਹੈ। ਆਪੀ ਨੇ ਆਪ ਸਾਜ ਆਪ ਪਛਾਣਿਆ, ਅੰਬਰ ਧਰਤ ਵਿਛੋੜ ਚੰਦੋਆ ਤਾਨਿਆ। ਇਹ ਧਰਤੀ, ਇਹ ਆਕਾਸ਼ ਬਣਾ ਕੇ ਉੱਥੇ ਚੰਦੋਆ, ਆਕਾਸ਼ ਰੂਪੀ ਚੰਦੋਆ ਜਿਹੜਾ ਹੈ ਉਸ ਦਿਨ ਸਜਾ ਦਿੱਤਾ ਉਸ ਮਾਲਕ ਦੇ ਉੱਤੇ। ਕਹਿੰਦੇ ਨੇ ਬਿਨ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਨਿਆ। ਇਹ ਆਕਾਸ਼ ਨੂੰ ਬਿਨਾਂ ਕਿਸੇ ਥੰਮ ਤੋਂ ਖੜਾ ਕੀਤਾ ਹੈ। ਇਹ ਗੱਲ ਕਿੱਥੋਂ ਸਮਝ ਆਈ? ਸ਼ਬਦ ਦਾ ਨਗਾਰਾ ਵਜਾ, ਨਗਾਰਾ ਰੂਪੀ ਹੁਕਮ। ਨਿਸ਼ਾਨ ਦਾ ਅਰਥ ਨਗਾਰਾ। ਸ਼ਬਦ ਦਾ ਨਗਾਰਾ ਰੂਪੀ ਹੁਕਮ ਵਜਾਇਆ, ਭਾਵ ਉਸ ਕਰਤਾਰ ਦੇ ਹੁਕਮ ਵਿੱਚ ਹੀ ਸਿਰਜਣਾ ਹੋਈ। ਕਰਤਾਰ ਦੇ ਹੁਕਮ ਵਿੱਚ ਹੀ ਉਸ ਪਰਮੇਸ਼ਰ ਨੇ ਅੰਬਰ ਧਰਤੀ ਆਕਾਸ਼ ਤਾਰੇ ਬਣਾਏ। ਉਹਦਾ ਹੁਕਮ ਹੋਇਆ, ਉਹਨੇ ਅਸਮਾਨ ਨੂੰ ਬਿਨਾਂ ਕਿਸੇ ਥੰਮੀ ਤੋਂ ਖੜਾ ਕਰ ਲਿਆ। ਇਹ ਮਾਲਕ ਦੀਆਂ ਖੇਡਾਂ ਹਨ, ਉਹ ਜਾਣਦਾ। ਇਹ ਗੱਲ ਸਾਨੂੰ ਸ਼ਬਦ ਇਹ ਗੱਲ ਸਮਝਾਉਂਦਾ ਹੈ। ਪਰ ਜਿਨ੍ਹਾਂ ਨੇ ਕੱਚੀ ਗੱਲਾਂ ਕੀਤੀਆਂ, ਉਹਨਾਂ ਦੇ ਗ੍ਰੰਥਾਂ ਦੀਆਂ ਗੱਲਾਂ ਪੜ੍ਹੀਏ, ਬੜੇ ਹੈਰਾਨੀ ਹੋ ਜਾਂਦੀ ਹੈ। ਕਹਿੰਦੇ ਨੇ ਧਰਤੀ ਦੀ ਸਿਰਜਣਾ ਇਸ ਤਰ੍ਹਾਂ ਹੋਈ। ਮਿਥਿਹਾਸਕ ਕਹਾਣੀਆਂ ਜਿਨ੍ਹਾਂ ਦਾ ਕੋਈ ਤਰਕ ਨਹੀਂ ਹੈ ਵੀ ਪਰਮੇਸ਼ਰ ਸ਼ੇਸ਼ ਰਾਗ ਦੀ ਸੇਜਾਂ ਦੇ ਉੱਤੇ ਸੁੱਤਾ ਪਿਆ ਹੈ। ਪਰਮੇਸ਼ਰ ਉੱਥੇ ਸੁੱਤਾ ਪਿਆ ਹੈ ਤੇ ਸੁੱਤੇ ਸੁੱਤੇ ਉਹਨੇ ਆਪਣੇ ਕੰਨ ਦੇ ਵਿੱਚੋਂ ਇੱਕ ਮੈਲ ਕੱਢੀ ਤੇ ਕੰਨ ਵਿੱਚੋਂ ਮੈਲ ਕੱਢਣ ਨਾਲ ਮੱਧ ਤੇ ਕੀਟਮ, ਦੋ ਦੈਂਤ ਜਿਹੜੇ ਸੀ ਉਹਨੇ ਪੈਦਾ ਕੀਤੇ। ਕਹਾਣੀ ਦੇਖੋ ਕਿਆ ਰੋਚਕ ਜਿਹੀ ਹੈ, ਪਰ ਸੱਚਾਈ ਗੁਰੂ ਸਾਹਿਬ ਨੇ ਦੱਸੀ ਹੈ। ਸਾਨੂੰ ਸਮਝਣਾ ਬੜੀਆਂ ਜ਼ਰੂਰੀ ਨੇ ਚੀਜ਼ਾਂ, ਕਿਉਂਕਿ ਸਾਨੂੰ ਵੀ ਕੁਝ ਇਹ ਹਵਾਲੇ ਸਾਡੇ ਪੁਸਤਕਾਂ ਵਿੱਚ ਵੀ ਵਾੜ ਦਿੱਤੇ ਗਏ। ਤੇ ਇਹ ਮੱਧ ਤੇ ਕੀਟਮ ਕਹਿੰਦੇ ਨੇ ਦੋ ਦੈਂਤ ਪੈਦਾ ਕਰ ਦਿੱਤੇ। ਹੁਣ ਦੈਂਤ ਜਿਹੜੇ ਸੀ ਜਦੋਂ ਉਹਨੇ ਬਣਾ ਦਿੱਤੇ, ਬੜੇ ਹੰਕਾਰੀ ਹੋ ਗਏ, ਬੜੇ ਅਭਿਮਾਨੀ ਹੋ ਗਏ ਵੀ ਹੁਣ ਸਾਜ਼ ਹੀ ਕਿਹੜਾ ਖਤਮ ਹੋਣਾ ਹੈ। ਰੱਬ ਨੇ ਤਾਂ ਸਾਨੂੰ ਬਣਾਤਾ, ਉਹਨੇ ਸਾਡੀ ਖੇਡ ਜਿਹੜੀ ਸੀ ਰਚ ਦਿੱਤੀ। ਹੁਣ ਅਸੀਂ ਜੋ ਮਰਜ਼ੀ ਕਰੀਏ, ਜਿਸ ਤਰ੍ਹਾਂ ਦੀ ਮਰਜ਼ੀ ਜ਼ਿੰਦਗੀ ਜੀਏ। ਬੜੇ ਅਭਿਮਾਨੀ ਜਿਹੜੇ ਸਨ ਉਹ ਦੈਂਤ ਜਿਹੜੇ ਉਹ ਬਣ ਗਏ। ਹੁਣ ਪਰਮੇਸ਼ਰ ਨੇ ਦੇਖਿਆ ਵੀ ਇਹ ਤਾਂ ਬੜੀ ਖੇਡ ਜਿਹੜੀ ਕਠਿਨ ਜਿਹੀ ਹੈ, ਇਹਨਾਂ ਦਾ ਇੰਨਾ ਹੰਕਾਰੀ ਹੋ ਜਾਣਾ ਠੀਕ ਨਹੀਂ, ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ, ਮਾਰ ਦੇਣਾ ਚਾਹੀਦਾ। ਕਹਿੰਦੇ ਨੇ 50,000 ਸਾਲ ਲੱਗੇ ਉਹਨਾਂ ਦੇ ਨਾਲ ਜੋ ਜੰਗ ਹੁੰਦੀ ਰਹੀ ਪਰਮੇਸ਼ਰ ਦੀ। 50,000 ਸਾਲ। ਦੇਖੋ ਬੜੇ ਹੈਰਾਨੀ ਦੀ ਗੱਲ ਹੈ। ਜਿਹੜੇ ਗੁਰੂ ਸਾਹਿਬ ਨੇ ਉਲਟ ਸਾਨੂੰ ਬਾਣੀ ਤਾਂ ਹੋਰ ਗੱਲ ਸਮਝਾਈ ਹੈ। ਕਹਿੰਦੇ ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾੜੇ। ਫਿਰ ਮਨ ਦੀਆਂ ਮਰਜ਼ੀਆਂ ਮੌਜਾਂ ਕਰੇ, ਹੁਕਮ ਚਲਾਵੇ, ਆਪਣਾ ਦਾਜ ਭਾਗ ਦੇ ਨਸ਼ੇ ਵਿੱਚ ਵੱਜਾ ਰਹੇ, ਦਾਜ ਭਾਗ ਦੀਆਂ ਗੱਲਾਂ ਕਰੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਕੀ ਹੈ? ਖਸਮੈ ਨਦਰੀ ਕੀੜਾ ਆਵੇ, ਜੇਤੇ ਚੁੱਗੇ ਦਾਣੇ। ਉਹ ਤਾਂ ਖਸਮ ਦੀਆਂ ਨਜ਼ਰਾਂ ਤੇ ਕੀੜੇ ਦੇ ਬਰਾਬਰ ਹੀ ਹੈਗਾ। ਖਸਮ ਦੀ ਚਾਹੇ ਤੇ ਖਿੰਨ ਚ ਇਹਨਾਂ ਨੂੰ ਖਤਮ ਕਰ ਸਕਦਾ। ਉਹਨੂੰ 50,000 ਸਾਲ ਲੱਗ ਗਏ
ਇਹਨਾਂ ਨੂੰ ਮਾਰਨ ਦੇ ਉੱਤੇ, ਖਤਮ ਕਰਨ ਦੇ ਉੱਤੇ। ਕਿਉਂਕਿ ਸਮੁੰਦਰ ਦੀ ਸਤ੍ਹਾ ਦੇ ਉੱਤੇ ਸ਼ੇਸ਼ਨਾਗ ਸੀ, ਸ਼ੇਸ਼ਨਾਗ ਦੇ ਆਸਣ ਦੇ ਉੱਤੇ ਪਰਮੇਸ਼ਰ ਸੀ, ਉਹਨੇ ਕੰਨ ਚੋਂ ਮੈਲ ਕੱਢੀ, ਇਹ ਦੋ ਮੱਧ ਤੇ ਕੀਟਮ ਜਿਹੜੇ ਸੀ ਦੈਂਤ ਪੈਦਾ ਕਰ ਦਿੱਤੇ। ਇਹ ਕਹਾਣੀਆਂ ਨੂੰ ਸਮਝਣਾ ਬੜਾ ਜ਼ਰੂਰੀ ਹੈ, ਨਹੀਂ ਤਾਂ ਅਸੀਂ ਵੀ ਇਹਨਾਂ ਭੁਲੇਖਿਆਂ 'ਚ ਪੈ ਕੇ ਕਿਤੇ ਆਪਣੇ ਮਾਰਗ ਤੋਂ ਭਟਕ ਜਾਵਾਂਗੇ। ਔਰ ਸਾਡੀ ਆਉਣ ਵਾਲੀਆਂ ਨਸਲਾਂ, ਪੀੜ੍ਹੀਆਂ ਜਦੋਂ ਇਹਨਾਂ ਗ੍ਰੰਥਾਂ ਵਿੱਚੋਂ ਕਹਾਣੀਆਂ ਪੜ੍ਹਨਗੀਆਂ ਤਾਂ ਸੱਚਮੁੱਚ ਹੀ ਉਹਨਾਂ ਨੂੰ ਵੀ ਲੱਗੇਗਾ ਵੀ ਸਾਡੇ ਧਰਮ ਦੇ ਸਿਧਾਂਤ ਵੀ ਕੁਛ ਇਹੋ ਜਿਹੇ ਹੀ ਨੇ। ਤੇ ਇਹ ਦੈਂਤ ਜਿਹੜੇ ਉਹਨੇ ਪੈਦਾ ਕੀਤੇ ਤੇ ਦੈਂਤ ਹੰਕਾਰੀ ਹੋਏ, ਫਿਰ ਉਹਨੇ ਮਾਰਨ ਲਈ 50 ਸਾਲ ਲਾਏ। ਚਲੋ 50 ਸਾਲਾਂ ਬਾਅਦ ਉਹ ਮਰ ਗਏ। ਉਹਨਾਂ ਦੀ ਜਿਹੜੀ ਰੱਤ ਤੇ ਮਿੱਝ ਜਿਹੜੀ ਸੀ ਉਹ ਨਿਕਲੀ ਦੈਂਤਾਂ ਦੀ, ਰੱਤ ਮਤਲਬ ਖੂਨ ਤੇ ਬਾਕੀ ਸਾਰਾ ਜੋ ਬੋਡੀ ਦੇ ਵਿੱਚ ਹੁੰਦਾ, ਕਿਉਂਕਿ ਦੈਂਤ ਬੜੇ ਵੱਡੇ ਬਣਾਏ ਉਹਨੇ। ਉਹ ਸਮੁੰਦਰ ਦੀ ਸਤ੍ਹਾ ਦੇ ਉੱਤੇ ਤਾਂ ਵਿਛ ਗਈ ਤੇ ਸਮੁੰਦਰ ਦੀ ਸਤ੍ਹਾ ਤੇ ਜੰਮ ਗਈ। ਉਹ ਰੱਤ ਤੇ ਮਿੱਝ ਜਿਹੜੀ ਸਮੁੰਦਰ ਦੀ ਸਤ੍ਹਾ ਤੇ ਜੰਮੀ ਤਾਂ ਉਹ ਧਰਤੀ ਬਣ ਗਈ। ਦੇਖੋ ਕਹਾਣੀ, ਦੇਖੋ ਇੱਕ ਕੰਨ ਦੀ ਮੈਲ ਕਿੰਨੀ ਕੁ ਮੈਲ ਹੋਏਗੀ ਉੱਡੀ, ਜਿਹਦੇ ਵਿੱਚ ਉਹਨੇ ਦੈਂਤ ਪੈਦਾ ਕਰ ਦਿੱਤੇ, ਤੇ ਕਿੰਨੀ ਕੁ ਮੈਲ ਉਹਨੇ ਕੱਢੀ ਹੋਏਗੀ, ਜਿਹੜੇ ਕਿੱਡੇ ਕੁ ਦੈਂਤ ਵੱਡੇ ਬਣਾਏ ਹੋਣਗੇ, ਜਿਨ੍ਹਾਂ ਦੇ ਮਾਰਨ ਦੇ ਨਾਲ ਰੱਤ ਤੇ ਮਿੱਝ ਇੰਨੀ ਕੁ ਨਿਕਲ ਗਈ, ਸਮੁੰਦਰ ਦੀ ਸਤ੍ਹਾ ਦੇ ਉੱਤੇ ਤਾਂ ਜੰਮ ਗਈ ਕਿਉਂਕਿ ਖੂਨ ਸੀ, ਤੇ ਸਮੁੰਦਰ ਦੀ ਸਤ੍ਹਾ ਤੇ ਜਿਹੜੀ ਸੀ ਉਹ ਧਰਤੀ ਬਣ ਗਈ। ਫਿਰ ਕਹਿੰਦੇ ਨੇ ਹੁਣ ਇਹ ਵੀ ਗੱਲ, ਸਵਾਲ ਉਹਦੇ ਦਿਮਾਗ 'ਚ ਆ ਗਿਆ ਕਿ ਧਰਤੀ ਤਾਂ ਬਣ ਗਈ, ਹੁਣ ਧਰਤੀ ਦੇ ਵਸਣ ਲਈ ਲੋਕ ਵੀ ਤਾਂ ਚਾਹੀਦੇ ਨੇ, ਦੁਨੀਆ ਵੀ ਚਾਹੀਦੀ ਹੈ, ਉਹ ਕਿਵੇਂ ਬਣਾਓ? ਕਹਿੰਦੇ ਉਹਨੇ ਦੂਜੇ ਕੰਨ ਚੋਂ ਮੈਲ ਕੱਢੀ, ਸੁੱਟੀ ਤੇ ਉਹਨੇ ਧਰਤੀ ਪੈਦਾ ਕਰ ਦਿੱਤੀ, ਧਰਤੀ ਬਣਾ ਦਿੱਤੀ, ਧੁਨੀ ਤੇ ਧਰਤੀਆਂ ਦੇ ਵਸਣ ਵਾਲੇ ਲੋਕ ਬਣਾ ਦਿੱਤੇ। ਇਹ ਹੁਣ ਕੰਨ ਦੀ ਮੈਲ ਦੇ ਵਿੱਚੋਂ ਧਰਤੀ ਪੈਦਾ ਕਰਨ ਦਾ ਸਿਧਾਂਤ ਗੁਰਮਤ ਦੀ ਫਿਲਾਸਫੀ ਦੇ ਵਿੱਚ ਬਿਲਕੁਲ ਫਿੱਟ ਨਹੀਂ ਪੈਂਦਾ, ਤੇ ਨਾ ਹੀ ਫਿੱਟ ਆ ਸਕਦਾ ਹੈ। ਇਹ ਕਹਾਣੀਆਂ, ਇਹ ਗੱਪਾਂ, ਯਤਨ ਕੀਤਾ ਗਿਆ ਸਾਡੇ ਗ੍ਰੰਥਾਂ ਵਿੱਚ ਵੀ ਇਹਨਾਂ ਨੂੰ ਵਾੜ ਦਿੱਤਾ ਜਾਏ, ਤਦ ਕਿ ਅਸੀਂ ਆਪਣੇ ਗੁਰਮਤ ਗਾਡੀ ਰਾਹ ਤੋਂ ਭਟਕ ਜਾਈਏ। ਲੇਕਿਨ ਗੁਰੂ ਸਾਹਿਬ ਜੀ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਰੂਪੀ ਸਾਨੂੰ ਖਜ਼ਾਨਾ ਦਿੱਤਾ ਕਿ ਧਰਤੀ ਦਾ ਸਿਰਜਣਹਾਰ ਕੇਵਲ ਤਾਂ ਕੇਵਲ ਪਰਮੇਸ਼ਰ ਹੈ। ਦੇਖੋ ਉਹਨੇ ਮਲਾਰ ਦੀ ਵਾਰ ਦੇ ਵਿੱਚੋਂ ਜਿਹੜਾ ਆਪਾਂ ਗੁਰੂ ਸਾਹਿਬ ਦਾ ਸਲੋਕ ਪੜ੍ਹਿਆ, ਆਪੀ ਨੇ ਆਪ ਸਾਜ ਆਪ ਪਛਾਣਿਆ, ਅੰਬਰ ਧਰਤ ਵਿਛੋੜ ਚੰਦੋਆ ਤਾਣਿਆ, ਬਿਨ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਨਿਆ, ਸੂਰਜ ਚੰਦ ਦਿਪਾਏ, ਸੂਰਜ ਚੰਦ ਉਪਾਏ ਜੋਤ ਸਮਾਨਿਆ, ਕੀਏ ਰਾਤ ਦਿਨੰਤ ਚੋਜ ਵਿਡਾਨਿਆ। ਫਿਰ ਅਖੀਰ ਤੇ ਜਾ ਕੇ ਸਾਹਿਬ ਜੀ ਕਹਿੰਦੇ, ਸੱਚੇ ਤਖਤ ਨਿਵਾਸ ਹੋਰ ਆਵਨ ਜਾਣਿਆ। ਵੀ ਮਾਲਕ ਸਦਾ ਰਹਿਣ ਵਾਲਾ, ਇਹ ਨਹੀਂ ਵੀ ਉਹਨੇ ਧਰਤੀ ਬਣਾ ਕੇ ਸਭ ਕੁਝ ਕੀਤਾ, ਇਹ ਉਸ ਨੂੰ ਖਤਮ ਵੀ ਕਰ ਸਕਦਾ ਹੈ, ਉਹਦੀ ਸ਼ਕਤੀ ਆ ਉਹਦੇ ਕੋਲ। ਆਪੇ ਨੇ ਆਪ ਸਾਜ ਆਪ ਪਛਾਣਿਆ, ਅੰਬਰ ਧਰਤ ਵਿਛੋੜ ਚੰਦੋਆ ਤਾਣਿਆ, ਬਿਨ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਨਿਆ। ਫਿਰ ਮਹਾਰਾਜ ਕਹਿੰਦੇ, ਸੂਰਜ ਚੰਦ ਉਪਾਏ ਜੋਤ ਸਮਾਨਿਆ, ਕੀਏ ਰਾਤ ਦਿਨੰਤ ਚੋਜ ਵੀ ਡਾਣਿਆ। ਫਿਰ ਸਾਹਿਬ ਨੇ ਅਖੀਰ ਤੇ ਜਾ ਕੇ ਜਿਹੜਾ ਵਚਨ ਲਿਖਿਆ, ਕਹਿੰਦੇ ਨੇ, ਸੱਚੇ ਤਖਤ ਨਿਵਾਸ ਹੋਰ ਆਵਨ ਜਾਣਿਆ। ਬਾਕੀ ਸਭ ਨਾਸ਼ਵਾਨ ਹੈ, ਜੋ ਉਹਨੇ ਬਣਾਇਆ ਇਹ ਆਉਣ ਜਾਣ ਦੀ ਖੇਡ ਹੈ, ਉਹਦੀ ਖੇਡ ਹੈ ਮੇਰੇ ਮਾਲਕ ਦੀ। ਸਤਿਗੁਰੂ ਜੀ ਨੇ ਪ੍ਰਭਾਤੀ ਰਾਗ ਦੇ ਵਿੱਚ ਵੀ ਇੱਕ ਵਚਨ ਲਿਖਿਆ ਹੈ, ਗੁਰੂ ਪਾਤਸ਼ਾਹ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਗੱਲ ਸਮਝਾਉਣ ਲਈ ਕਹਿੰਦੇ ਨੇ, ਜਲ ਤਰੰਗ ਅਗਨੀ ਪਵਨੇ ਪੁਨ ਤ੍ਰੈ ਮਿਲ ਜਗਤ ਉਪਾਇਆ। ਮਾਲਕ ਨੇ ਇਹਨਾਂ ਦਾ ਮੇਲ ਕੀਤਾ। ਇਹ ਜਿਹੜੇ ਸਾਡੇ ਤੱਤ ਹਨ, ਸਾਡੀ ਸਰੀਰ ਦੇ ਤੱਤਾਂ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਕੀਤੀ ਹੈ। ਕਹਿੰਦੇ ਨੇ, ਐਸਾ ਬਲਸ਼ਲ ਤਿਨ ਕੋ ਦਿਆ ਹੁਕਮੀ ਠਾਕ ਰਹਾਇਆ, ਐਸੇ ਜਨ ਵਿਰਲੇ ਜਾਗੇ ਅੰਦਰ ਫਰਕ ਖਜ਼ਾਨੇ ਪਾਇਆ। ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਪ੍ਰਭਾਤੀ ਰਾਗ ਦਾ ਬਚਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1345 ਤੇ ਸ਼ਿਸ਼ੋਭਤ ਹੈ। ਤਾਂ ਗੁਰੂ ਸਾਹਿਬ ਜੀ ਨੇ ਇੱਥੇ ਵੀ ਇਹ ਗੱਲ ਸਮਝਾ ਦਿੱਤੀ। ਫਿਰ ਸੁਖਮਣੀ ਦੀ ਬਾਣੀ ਅਸੀਂ ਪੜ੍ਹਦੇ ਹਾਂ ਕਿ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ। ਫਿਰ ਕਹਿੰਦੇ ਨੇ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੇ ਸੋ ਵਰਤੀਆ। ਕਰਤੇ ਦੀਆਂ ਗੱਲਾਂ ਕੌਣ ਕਰ ਸਕਦਾ ਹੈ, ਉਹਦਾ ਅੰਤ ਕੌਣ ਪਾ ਸਕਦਾ ਹੈ? ਉਸ ਸ੍ਰਿਸ਼ਟੀ ਦਾ ਕਰਤੇ ਕੀ ਮਿਤ ਨਾ ਜਾਣੇ ਕੀਆ, ਜਿਹਦਾ ਬਣਿਆ ਹੋਇਆ ਕੀ ਦੱਸੇਗਾ?
ਉਹਦੀ ਬਣਾਈ ਹੋਈ ਚੀਜ਼ ਨੂੰ ਅਸੀਂ ਕਿਵੇਂ ਗੱਲਾਂ ਕਰ ਸਕਦੇ ਹਾਂ, ਕਿਵੇਂ ਅਸੀਂ ਸੋਚ ਸਕਦੇ ਹਾਂ? ਇਹ ਤਾਂ ਖਿਆਲ ਆਉਣਾ ਹੀ ਸਾਡਾ ਫਜ਼ੂਲ ਹੈ। ਬਸ ਇਹੋ ਹੀ ਸਾਡੇ ਅੰਦਰ ਇੱਕ ਵਿਸ਼ਵਾਸ ਤੇ ਭਰੋਸਾ ਹੋਣਾ ਚਾਹੀਦਾ ਹੈ ਵੀ ਸ੍ਰਿਸ਼ਟੀ ਦੀ ਰਚਨਾ ਕੇਵਲ ਤਾਂ ਕੇਵਲ ਕਰਤੇ ਪੁਰਖ ਮਾਲਕ ਨੇ ਕੀਤੀ ਹੈ। ਇਹ ਗੱਲ ਜਿਹੜੀ ਸਮਝ ਆਉਂਦੀ ਹੈ, ਇਹ ਇੱਥੋਂ ਹੀ ਆਉਂਦੀ ਹੈ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ। ਆਪਨ ਖੇਲ ਆਪ ਕਰ ਦੇਖੈ, ਦੇਖਦਾ ਵੀ ਹੈ। ਅਗਲੀ ਪੰਕਤੀ ਵਿੱਚ ਨਾਲ ਹੀ ਜਿਹੜੀ ਗੱਲ ਸਮਝਾਈ ਹੈ ਉਹ ਹੈ, ਖੇਲ ਸੰਕੋਚੈ ਤੋ ਨਾਨਕ ਇੱਕ ਹੈ, ਵੀ ਜਿਹੜੀ ਉਹ ਖਤਮ ਵੀ ਆਪ ਹੀ ਕਰਤਾ। ਇਹ ਹੁਣ ਇਹ ਗੱਲ ਸਮਝ ਕਿੱਥੋਂ ਆਈ? ਇਹ ਗੱਲ ਸੱਚੇ ਸ਼ਬਦ ਦੇ ਰਾਹੀਂ ਸਾਨੂੰ ਸਮਝ ਆਈ। ਨਹੀਂ ਤਾਂ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਗੱਲ ਸਮਝਾ ਦਿੱਤੀ, ਬਈ ਦੇਖੋ ਜਿਹੜੇ ਫਿਰ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਚਿੱਤ ਜਿਨ ਕਾ ਹਿਰਲਿਆ ਮਾਇਆ ਬੋਲਣ ਪੇਰ ਵਾਣੀ। ਜਿਨ੍ਹਾਂ ਤੇ ਮਾਇਆ ਦਾ ਅਸਰ ਹੈ ਉਹ ਫਿਰ ਕੱਚੀਆਂ ਲੱਗੀਆਂ ਮਨੋਕਲਪਿਤ ਗੱਲਾਂ ਕਰਦੇ ਨੇ। ਰਵਾਨੀ ਦਾ ਹੁੰਦਾ ਉਲਝੁਲ ਬੋਲੀ ਜਾਣਾ, ਪਤਾ ਨਹੀਂ ਕੀ ਕੀ ਗੱਲਾਂ ਉਹਨਾਂ ਨੇ ਘੜੀਆਂ ਹੋਈਆਂ, ਕੀ ਕੀ ਗੱਲਾਂ ਉਹ ਕਰਦੇ ਨੇ। ਲੇਕਿਨ ਜਿਨ੍ਹਾਂ ਨੇ ਸ਼ਬਦ ਸੱਚੇ ਨਾਲ ਸਾਂਝ ਪਾ ਲਈ ਹੈ, ਜਿਨ੍ਹਾਂ ਦੀ ਸਾਂਝ ਸ਼ਬਦ ਨਾਲ ਪੈ ਗਈ, ਉਹਨਾਂ ਨੂੰ ਇਹ ਗੱਲ ਸਮਝ ਆ ਗਈ। ਗੁਰਮੁਖ ਗੁਰੂ ਦੀ ਸ਼ਰਨ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥ ਇਹਦੇ ਕੀਤੇ ਹਨ ਕਿ ਪਰਮੇਸ਼ਰ ਨੇ ਗੁਰਮੁਖ ਮਨੁੱਖ ਦੇ ਪੈਦਾ ਕਰਨ ਲਈ ਧਰਤੀ ਸਾਜੀ ਹੈ। ਲੇਕਿਨ ਆਪਾਂ ਪਿਛਲੀਆਂ ਸਾਰੀਆਂ ਪੌੜੀਆਂ ਦੇ ਵਿੱਚ ਗੁਰਮੁਖ ਦਾ ਅਰਥ ਗੁਰੂ ਅਨਸਾਰੀ ਹੀ ਕਰਦੇ ਆਏ ਹਾਂ। ਇੱਥੇ ਵੀ ਉਹੀ ਢੁੱਕ ਅਰਥ ਜਿਹੜੇ ਹਨ ਉਹ ਢੁੱਕਦੇ ਨਜ਼ਰ ਆਉਂਦੇ ਨੇ ਕਿ ਗੁਰੂ ਅਨਸਾਰੀ ਹੋ ਕੇ ਹੀ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੁਰੂ ਅਨਸਾਰੀ ਹੋਣ ਦੀ ਗੱਲ ਕੀਤੀ ਹੈ, ਉਹੀ ਅਰਥ ਇੱਥੇ ਢੁੱਕਦੇ ਨਜ਼ਰ ਆਉਂਦੇ ਨੇ। ਸਹੀ ਢੰਗ ਨਾਲ ਜੇ ਆਪਾਂ ਵਿਚਾਰੀਏ, ਬਾਣੀ ਨੂੰ ਸਮਝ ਆ ਜਾਏ, ਜੇ ਬਾਕੀ ਵੀ ਅਸੀਂ ਜਿਹੜੇ ਸਰੋਤ ਸਾਡੇ ਕੋਲ ਮਿਲਦੇ ਨੇ ਇਹ ਗ੍ਰੰਥਾਂ ਦੇ ਜਾਂ ਦਰਪਣ ਤੋਂ ਇਲਾਵਾ ਹੋਰ ਸਰੋਤ ਵੀ ਜਿਹੜੇ ਮਿਲਦੇ ਆ, ਜਿਹਨਾਂ ਚ ਗਿਆਨ ਰਤਨਾਵਲੀ ਭਾਈ ਮਨੀ ਸਿੰਘ ਜੀ ਦੀ ਮਿਲਦੀ ਹੈ, ਫਿਰ ਭਾਈ ਵੀਰ ਸਿੰਘ ਜੀ ਦਾ ਸਾਨੂੰ ਕੁਝ ਮਿਲਦੀ ਹੈ। ਇਹਦੇ ਚ ਥੋੜਾ ਥੋੜਾ ਅਰਥਾਂ ਦਾ ਸਾਰਿਆਂ ਦਾ ਅੰਤਰ ਹੈ। ਲੇਕਿਨ ਗੱਲ ਜਿਹੜੀ ਆਪਾਂ ਸਮਝ ਲਈਏ ਵੀ ਇਹ ਆਪਾਂ ਨੂੰ ਗੁਰਮੁਖ ਦੇ ਅਰਥ ਗੁਰੂ ਅਨਸਾਰੀ ਹੀ ਕਰਨੇ ਠੀਕ ਬਣਦੇ ਹਨ। ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ, ਗੁਰੂ ਦੀ ਮੱਤ ਲੈਂਦਾ, ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ। ਜਿਹੜਾ ਨਹੀਂ ਜੁੜਦਾ ਉਹਨੂੰ ਇਹ ਸਮਝ ਵੀ ਨਹੀਂ ਆ ਸਕਦੀ। ਹੁਣ ਇਹ ਗੱਲ ਕਹੀਏ ਕਿ ਧਰਤੀ ਗੁਰਮੁਖ ਲਈ ਬਣੀ ਹੈ ਜਾਂ ਗੁਰਮੁਖ ਪੈਦਾ ਕਰਨ ਲਈ ਧਰਤੀ ਬਣਾਈ ਹੈ, ਇਹ ਗੱਲ ਕੋਈ ਕਸਵੱਟੀ ਗੁਰਮਤਿ ਤੇ ਪੂਰੀ ਉਤਰਦੀ ਨਜ਼ਰ ਨਹੀਂ ਆਉਂਦੀ। ਜੋ ਗੁਰਮਤਿ ਦਾ ਸਿਧਾਂਤ ਹੈ, ਧਰਤੀ ਸਾਰੇ ਜੀਵਾਂ ਜੰਤੂਆਂ ਦੇ ਕਰਮ ਕਮਾਉਣ ਲਈ ਬਣਾਈ ਗਈ ਹੈ। ਧਰਤੀ ਸਾਰੇ ਜੀਵ ਜੰਤੂ, ਇਕੱਲੇ ਮਨੁੱਖ ਹੀ ਨਹੀਂ, ਇੱਥੇ ਗੁਰਮੁਖ ਹੀ ਪੈਦਾ ਨਹੀਂ ਕੀਤੇ। ਭਾਵੇਂ ਕੋਈ ਗੁਰਮੁਖ ਹੈ, ਭਾਵੇਂ ਕੋਈ ਮਨਮੁਖ ਹੈ, ਭਾਵੇਂ ਕੋਈ ਦਿਨ ਹੈ, ਰਾਤ ਹੈ, ਹਵਾ ਹੈ, ਸੂਰਜ ਹੈ, ਚੰਦ ਹੈ, ਸਭ ਲਈ ਧਰਤੀ ਉਹਨੇ ਸਾਜੀ ਹੈ। ਕੇਵਲ ਅਸੀਂ ਇਹ ਗੱਲ ਕਹਿ ਕੇ ਆਪਣਾ ਛੁਟਕਾਰਾ ਨਹੀਂ ਕਰ ਸਕਦੇ ਕਿ ਪਰਮੇਸ਼ਰ ਨੇ ਜਿਹੜੀ ਧਰਤੀ ਹੈ ਉਹ ਇਸੇ ਵਾਸਤੇ ਸਾਜੀ ਹੈ ਵੀ ਇੱਥੇ ਗੁਰਮੁਖ ਪੈਦਾ ਹੋਣ। ਬਿਲਕੁਲ ਨਹੀਂ। ਜੇ ਗੁਰਮੁਖ ਪੈਦਾ ਹੋਣ ਲਈ ਸਾਜੀ ਹੋਈ ਤੇ ਮਨਮੁਖ ਕਿਉਂ ਪੈਦਾ ਹੁੰਦੇ ਆ? ਫਿਰ ਮਨਮੁਖ ਵੀ ਇੱਥੇ ਬੜੇ ਜਿਹੜੇ ਪਰਮੇਸ਼ਰ ਦਾ ਹੁਕਮ ਹੀ ਨਹੀਂ ਮੰਨਦੇ। ਜੇ ਮਨਮੁਖਾਂ ਲਈ ਜਾਂ ਮਨੁੱਖ ਪੈਦਾ ਕਰਨ ਲਈ ਕੋਈ ਵੱਖਰੀ ਧਰਤੀ ਹੁੰਦੀ, ਜਾਂ ਇਹ ਕਹਿ ਲਓ ਵੀ ਇਹ ਸਿਰਫ ਧਰਤੀ ਗੁਰਮੁਖਾਂ ਲਈ ਹੁੰਦੀ, ਤਾਂ ਫਿਰ ਜਿਹੜੇ ਗੁਰੂ ਸਾਹਿਬ ਦੇ ਬਚਨ ਆਉਂਦੇ ਆ, ਰਹਿਣ ਦਿਨ ਉਪਾਇਨ ਸੰਸਾਰ ਕੀ ਵਰਤਨ, ਜੋ ਤਾਂ ਸਾਰਿਆਂ ਲਈ ਬਣਾਏ ਨੇ ਉਸ ਪਰਮੇਸ਼ਰ ਨੇ, ਕੇਵਲ ਗੁਰਮੁਖ ਲਈ ਨਹੀਂ ਬਣਾਏ ਦਿਨ ਰਾਤ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬੋਲ ਹਨ, ਇਹ ਸਰਬ ਸਾਂਝੀ ਬਾਣੀ ਹੈ, ਸਾਰੀ ਸ੍ਰਿਸ਼ਟੀ ਲਈ ਹੈ, ਕੇਵਲ ਗੁਰਮੁਖ ਲਈ ਬੋਲ ਨਹੀਂ ਆ ਰਹੇ ਜਾਂ ਗੁਰਮੁਖ ਦੀ ਗੱਲ ਸਮਝਣ ਲਈ ਨਹੀਂ ਹੈ। ਇੱਥੇ ਜਿਹੜੇ ਅਰਥ ਠੀਕ ਬਣਦੇ ਇਹੋ ਹੀ ਬਣਦੇ ਆ। ਗੁਰਬਾਣੀ ਵਿੱਚ ਗੁਰਮੁਖ ਪਦ ਦੇ ਅਰਥ ਗੁਰਸਿੱਖ ਵੀ ਹੁੰਦੇ ਆ, ਗੁਰੂ ਦੇ ਲਈ ਵੀ ਆਇਆ, ਵਾਹਿਗੁਰੂ ਲਈ ਵੀ ਆਇਆ। ਸੋ ਇੱਥੇ ਗੁਰਮੁਖ ਪਦ ਦੇ ਅਰਥ ਜਿਹੜੇ ਸਨ, ਆਪਾਂ ਨੂੰ ਗੁਰੂ ਅਨਸਾਰੀ ਭਾਵ ਜਿੱਦਾਂ ਅਸੀਂ ਅਰਥ ਪਿੱਛੇ ਕਰਦੇ ਆਏ ਹਾਂ, ਜਿਹੜਾ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਮੱਤ ਤੇ ਤੁਰ ਪੈਂਦਾ ਹੈ, ਉਹਨੂੰ ਇਹ ਸਾਰੀ ਅਸਲੀਅਤ ਸਮਝ ਆ ਜਾਂਦੀ ਹੈ ਕਿ ਧਰਤੀ ਦੀ ਸਾਜਨਾ ਕਿਸ ਢੰਗ ਨਾਲ ਹੋਈ, ਧਰਤੀ ਕਿਵੇਂ ਬਣੀ, ਧਰਤੀ ਕਿਸ ਤਰ੍ਹਾਂ ਚੱਲੀ, ਤਾਰੇ ਚੰਦ ਸੂਰਜ ਦਿਨ ਰਾਤ ਕਿਵੇਂ ਬਣੇ,
ਇਹ ਕਹਾਣੀਆਂ ਜਿਹੜੀਆਂ ਫੋਕੀਆਂ ਮਨੋਤਾਂ ਹਨ ਉਹਨਾਂ ਤੇ ਉਹ ਵਿਸ਼ਵਾਸ ਨਹੀਂ ਕਰਦਾ। ਉਹ ਫੋਕੀਆਂ ਜਿਹੜੀਆਂ ਕਹਾਣੀਆਂ ਦੈਂਤਾਂ ਦੀਆਂ ਬਣਾਈਆਂ ਹੋਈਆਂ ਉਹਨਾਂ ਨੂੰ ਨਹੀਂ ਸਮਝਦਾ। ਉਹਨਾਂ ਨੂੰ ਇਹ ਗੱਲ ਅਸਲੀਅਤ ਵੀ ਸਮਝ ਆ ਜਾਂਦੀ ਹੈ ਕਿ ਕਰਤਾ ਪੁਰਖ ਮਾਲਕ ਹੀ, ਉਹ ਸੱਚਾ ਵਾਹਿਗੁਰੂ ਹੀ, ਪਰਮੇਸ਼ਰ ਨੇ ਹੀ ਇਹ ਸਾਰੀ ਧਰਤੀ ਦੀ ਸਿਰਜਣਾ ਕੀਤੀ ਹੈ। ਬਸ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ, ਕਰ ਆਸਨ ਡਿਠੋ ਚਾਓ। ਇਹ ਗੱਲ ਸਾਨੂੰ ਪੱਕੀ ਆਪਣੇ ਹਿਰਦੇ ਵਿੱਚ ਕਰ ਲੈਣੀ ਚਾਹੀਦੀ ਹੈ। ਪਰ ਸਮਝ ਕਿੱਥੋਂ ਆਏਗੀ? ਸ਼ਬਦ ਤੋਂ। ਗੁਰਮੁਖ ਧਰਤੀ ਸਾਚੈ ਸਾਜੀ, ਤਿਸ ਮੈਂ ਉਪਤ ਖਪਤ ਸੋਬਾਜੀ। ਉਪਤ ਦਾ ਅਰਥ ਹੁੰਦਾ ਉਤਪਤੀ, ਤੇ ਖਪਤ ਦਾ ਹੁੰਦਾ ਨਾਸ਼। ਬਾਜੀ ਦਾ ਅਰਥ ਹੁੰਦਾ ਖੇਡ। ਦੇਖੋ, ਬਾਜੀ, ਗੁਰੂ ਸਾਹਿਬ ਜੀ ਨੇ ਲਫ਼ਜ਼ ਵਰਤਿਆ ਬਾਜੀ। ਆਮ ਤੌਰ ਤੇ ਵੀ ਅਸੀਂ ਜਦੋਂ ਖੇਡਣ ਬੈਠੀਏ ਕਿ ਨਾ ਇੱਕ ਬਾਜੀ ਹੋਰ ਲਾ ਲਈਏ, ਆਪਾਂ ਕਰਦੇ ਆ ਨਾ। ਪਰ ਬਾਜੀ ਜਿਹੜਾ ਦੇਖਣਾ, ਖਿਆਲ ਕਰਨਾ ਵੀ ਜਿਹੜੀ ਵੀ ਖੇਡ ਅਸੀਂ ਖੇਡਦੇ ਆ ਉਹ ਖੇਡ ਦਾ ਅੰਤ ਜ਼ਰੂਰ ਹੈ। ਇਹ ਨਹੀਂ ਹੈ ਵੀ ਕੋਈ ਇੱਕ ਬਾਜੀ ਮੁੱਕੇ ਹੀ ਨਾ, ਇਹ ਨਹੀਂ ਹੋ ਸਕਦਾ। ਇਹ ਠੀਕ ਹੈ, ਲੰਬਾ ਟਾਈਮ ਚੱਲ ਸਕਦੀ ਹੈ, ਲੰਬਾ ਟਾਈਮ ਅਸੀਂ ਖੇਡ ਸਕਦੇ ਆ, ਕੋਈ ਬੰਦਾ ਜ਼ਿਆਦਾ ਟ੍ਰੇਨ ਹੋਣ ਜ਼ਿਆਦਾ ਟਾਈਮ ਲਗਾ ਸਕਦੇ ਨੇ, ਲੇਕਿਨ ਖੇਡ ਖਤਮ ਜ਼ਰੂਰ ਹੋਏਗੀ। ਬਾਜੀ ਜਿਹੜੀ ਹੈ ਉਹਦਾ ਮਤਲਬ ਹੀ ਹੈ ਵੀ ਇਹ ਖੇਡ ਹੈ ਤੇ ਖੇਡ ਨੇ ਖਤਮ ਜ਼ਰੂਰ ਹੋਣਾ। ਬਾਜੀ ਦਾ ਲਫ਼ਜ਼ ਗੁਰੂ ਸਾਹਿਬ ਜੀ ਨੇ ਤੇ ਖੇਡ ਕਿਉਂ ਵਰਤਿਆ? ਵੀ ਇਹਦਾ ਐਂਡ ਹੈ, ਐਂਡਲੈਸ ਨਹੀਂ ਹੈ, ਕਿਉਂਕਿ ਬਾਜੀ ਖਤਮ ਹੋਣ ਵਾਲੀ ਚੀਜ਼ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਲਫ਼ਜ਼ ਵੀ ਇਹਦਾ ਬਾਜੀ ਦਾ ਅਰਥ ਖਤਮ ਹੀ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਗੱਲ ਸਮਝਾਈ ਬਈ ਦੇਖੋ, ਇਹਦੀ ਉਤਪਤੀ ਪਰਮੇਸ਼ਰ ਨੇ ਆਪ ਕੀਤੀ। ਇਸ ਧਰਤੀ ਵਿੱਚ ਉਤਪਤੀ ਤੇ ਨਾਸ ਇੱਕ ਖੇਡ ਹੈ ਉਸ ਮਾਲਕ ਦੀ। ਤਿਸ ਮੈਂ ਉਪਤ ਖਪਤ ਸੋ ਸਾਜੀ, ਆਵਨ ਜਾਨ ਹੈ। ਇਹ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਮਝਾਈ ਹੈ ਨਾ, ਆਪਨ ਖੇਲ ਆਪ ਕਰ ਦੇਖੇ, ਖੇਲ ਸੰਕੋਚੇ ਤੋਂ ਨਾਨਕ ਇੱਕ ਹੈ। ਇਹ ਆਪ ਹੀ ਦੇਖਦਾ, ਆਪ ਹੀ ਬਣਾਉਂਦਾ, ਆਪ ਹੀ ਕਰਦਾ, ਮਾਰ ਕੇ ਫਿਰ ਕਹਿੰਦੇ ਉਹ ਜਾ ਹੋ ਜਾਂਦਾ। ਜਦੋਂ ਖੇਲ ਸੰਕੋਚ ਕਰ ਦਿੰਦਾ ਹੈ, ਸਭ ਜੋ ਦਿਸੇ ਸੋ ਤੇਰਾ ਰੂਪ ਵਾਲੀ ਗੱਲ ਹੋ ਜਾਂਦੀ ਹੈ। ਜੇ ਰੂਪ ਤਾਂ ਹੀ ਦਿਖਾ ਜੇ ਉਹ ਏਕੇ ਦੀ ਗੱਲ ਸਾਨੂੰ ਸਮਝ ਆ ਜਾਏਗੀ। ਇੱਕ ਦੀ ਗੱਲ ਸਮਝਣ ਦੇ ਲਈ, ਏਕੇ ਦੀ ਗੱਲ ਸਮਝਣ ਲਈ ਸਾਨੂੰ ਗੱਲ ਸਮਝਣ ਦੀ ਜ਼ਰੂਰੀਅਤ ਹੈ। ਬਣਾਉਣ ਵਾਲਾ ਸਾਚਾ ਹੈ, ਜਿਹਨੇ ਸਾਜੀ ਹੈ, ਉਹ ਸਾਚਾ ਹੈ। ਉਹਦੀ ਹੋਂਦ ਨੂੰ ਕੋਈ ਖਤਰਾ ਨਹੀਂ, ਨਾ ਹੀ ਉਹਦੀ ਹੋਂਦ ਕਦੀ ਖਤਮ ਹੋ ਸਕਦੀ ਹੈ, ਨਾ ਹੀ ਉਹਦੀ ਹੋਂਦ ਨੂੰ ਕੋਈ ਮਿਟਾ ਸਕਦਾ ਹੈ, ਨਾ ਹੀ ਹੋਂਦ ਨੂੰ ਕਿਸੇ ਕੋਲੋਂ ਕੋਈ ਖਤਰਾ ਹੈ, ਕਿਉਂਕਿ ਸੱਚ ਹੈ, ਸਾਚੇ ਨੇ ਸਾਜੀ ਹੈ। ਲੇਕਿਨ ਉਹਦੀ ਸਾਜੀ ਹੋਈ ਚੀਜ਼ ਜਿਹੜੀ ਉਹਨੇ ਬਣਾਈ ਹੈ, ਜਿਹੜੀ ਬਣੀ ਹੈ, ਉਹਦਾ ਅੰਤ ਵੀ ਹੈ, ਐਂਡ ਵੀ ਹੈ, ਐਂਡਲੈਸ ਨਹੀਂ ਹੈ, ਉਹ ਨਾਸ਼ ਵੀ ਜ਼ਰੂਰ ਹੋਏਗੀ। ਤੇ ਗੁਰੂ ਸਾਹਿਬ ਜੀ ਨੇ ਜਿਹੜੀ ਗੱਲ ਕੀਤੀ, ਦੇਖੋ ਵੀ ਤਿਸ ਮੈਂ ਉਪਤ ਖਪਤ ਸੋ ਸਾਜੀ, ਵੀ ਮਾਲਕ ਨੇ ਇਹ ਧਰਤੀ ਬਣਾਈ, ਉਹਦਾ ਪਸਾਰਾ ਨਾਸ਼ਵਾਨ ਹੈ, ਝੂਠ ਹੈ, ਨਾਸ਼ਵਾਨ ਹੈ। ਉਹ ਸੱਚ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਉਹ ਆਦ ਸੱਚ ਹੈ, ਨਹੀਂ ਸੀ ਯੁੱਗ ਬਣੇ ਹੀ ਨਹੀਂ ਸੀ, ਉਦੋਂ ਵੀ ਸੀ। ਉਹ ਯੁੱਗ ਬਣ ਗਏ ਉਦੋਂ ਵੀ ਸੀ, ਅੱਜ ਵੀ ਹੈ। ਜਗਤ ਰਹੇ ਨਾ ਰਹੇ, ਯੁੱਗ ਰਹਿਣ ਨਾ ਰਹਿਣ, ਪਰਮੇਸ਼ਰ ਦੀ ਹੋਂਦ ਸਦੀਵੀ ਰਹੇਗੀ। ਉਹ ਕਦੀ ਖਤਮ ਨਹੀਂ ਹੋ ਸਕਦੀ, ਨਾ ਹੀ ਕਦੀ ਨਾਸ਼ ਹੋ ਸਕਦੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜਿਹੜੀ ਗੱਲ ਸਮਝਾਈ ਹੈ, ਭਗਤ ਕਬੀਰ ਜੀ ਨੇ ਰਾਗ ਸੋਰਠ ਵਿੱਚ ਬੜੇ ਕਮਾਲ ਦੇ ਬੋਲ ਲਿਖੇ। ਕਹਿੰਦੇ ਮੈਂ ਤਾਂ ਪਰਮੇਸ਼ਰ ਦੀ ਰਚੀ ਹੋਈ ਕਾਇਨਾਤ ਨੂੰ ਜਦੋਂ ਦੇਖਦਾ ਹਾਂ, ਮੈਨੂੰ ਤਾਂ ਇਹੋ ਜਿਹੇ ਮਾਲਕ ਨੇ ਬਖਸ਼ਿਸ਼ ਕਰ ਦਿੱਤੀ, ਹੁਣ ਮੈਨੂੰ ਉਹਦੇ ਪਸਾਰਾ ਉਸ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਭਗਤ ਕਬੀਰ ਜੀ ਦੇ ਮੁਹਾਰਬਿੰਦ ਤੋਂ ਉਚਾਰਨ ਕੀਤੀ ਹੋਈ, ਕਹਿੰਦੇ ਦੋਏ ਦੋਏ ਲੋਚਨ ਪੇਖਾਂ ਹੀ ਹੋ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ। ਬੇਗਲ ਹੁੰਦਾ, ਬੇਦਰਥ ਦੂਜਾ ਅਲਫ ਬੇ। ਉਸ ਦਿਨ ਆਪਾਂ ਗੁਰਬਾਣੀ ਵਿਆਕਰਨ ਜੀ ਲਫ਼ਜ਼ ਬੇਦਸ, ਬੇਦਸ 10 ਤੇ 2 12 ਮਹੀਨਿਆਂ ਦੀ ਗੱਲ ਜਿਹੜੀ ਉਹਦੇ ਚ ਹੋਈ। ਇੱਥੇ ਬੇਦਰਥ ਦੂਸਰਾ, ਵੀ ਹੋਰ ਗੱਲ ਤਾਂ ਹੁਣ ਮੈਂ ਕਹਿ ਹੀ ਨਹੀਂ ਸਕਦਾ। ਕਿ ਮੈਂ ਕਹਿ ਕੀ ਸਕਦਾ? ਕਹਿੰਦੇ ਮੇਰੇ ਸਾਰੇ ਭੁਲੇਖੇ ਦੂਰ ਹੋ ਗਏ,
ਹਮਰਾ ਭਰਮ ਗਿਆ ਭਉ ਭਾਗਾ। ਡਰ ਭਉ ਸਭ ਦੂਰ ਹੋ ਗਏ, ਮੇਰੇ ਭੁਲੇਖੇ ਵੀ ਖਤਮ ਹੋ ਗਏ। ਕਦੋਂ ਦਾ? ਜਬ ਰਾਮ ਨਾਮ ਚਿਤ ਲਾਗਾ। ਤੇ ਹੁਣ ਮੈਨੂੰ ਸਮਝ ਕੀ ਆਈ, ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ। ਬਾਜੀਗਰ ਕੀ ਕਰਦਾ ਜੀ? ਬਾਜੀਗਰ ਫਿਰ ਡੁਗਡੁਗੀ ਵਜਾਉਂਦਾ ਹੈ। ਜਦੋਂ ਆਉਂਦੇ ਨੇ ਜਾਦੂਗਰ ਆਪਣੇ ਖੇਡਣ ਦੇ ਲਈ, ਤਮਾਸ਼ੇ ਦਿਖਾਉਣ ਲਈ ਜਦੋਂ ਆਉਂਦੇ ਨੇ ਜਾਦੂਗਰ, ਉਹ ਕਰਦੇ ਕੀ ਨੇ? ਉਹ ਕਰਦੇ ਹੈ ਵੀ ਜਦ ਇੱਕ ਡੁਗਡੁਗੀ ਪਹਿਲਾਂ ਵਜਾਉਂਦੇ ਨੇ ਤੇ ਪੁਤਲੀਆਂ ਦੇ ਤਮਾਸ਼ੇ ਕਈ ਕੁਛ ਏਦਾਂ ਸਾਨੂੰ ਦਿਖਾਉਂਦੇ ਨੇ। ਉਹ ਜਦ ਦੇਖੋ ਖੇਡ ਦੇਖੋ ਕਰਤਾਰ ਦੇ, ਰੰਗ ਦੇਖੋ ਕਰਤਾਰ ਦੇ। ਉਹ ਡੁਗਡੁਗੀ ਵਜਾਉਂਦੇ ਨੇ, ਲੋਕਾਂ ਨੂੰ ਇਕੱਠੇ ਕਰਦੇ ਨੇ, ਲੋਕ ਇਕੱਠੇ ਕਰਦੇ ਆ, ਉਹ ਪੁਤਲੀਆਂ ਦੀ ਖੇਡ ਖਿਡਾਉਂਦੇ ਨੇ। ਕੋਈ ਜਾਦੂ ਕਰਦਾ ਹੈ, ਕੋਈ ਤਮਾਸ਼ਾ, ਕੋਈ ਪੈਸੇ ਬਣਾਉਂਦਾ, ਕੋਈ ਕੁਝ ਕਰਦਾ, ਕੋਈ ਕੁਝ ਕਹਾਣੀ ਕਰਦਾ। ਤੇ ਕੁਝ ਦੇਰ ਬਾਅਦ ਉਹ ਜਦੋਂ ਖੇਡ ਖਤਮ ਹੋ ਜਾਂਦੀ ਹੈ ਤੇ ਉਹ ਤਮਾਸ਼ਾ ਦਿਖਾਉਣ ਵਾਲਾ ਫਿਰ ਲੋਕਾਂ ਕੋਲੋਂ ਮੰਗਣ ਮਿਲਦਾ ਹੁੰਦਾ ਪੈਸੇ। ਜਿਹੜਾ ਪਹਿਲਾਂ ਰੁਪਈਏ ਬਣਾਉਂਦਾ ਸੀ ਕੰਨ ਵਿੱਚੋਂ ਕੱਢ ਕੇ, ਕਦੀ ਕਿਤੋਂ ਕੱਢ ਕੇ, ਉਹਨੂੰ ਸਵਾਲ ਕਰੀਏ ਵੀ ਜਾਦੂਗਰ, ਹੁਣੇ ਤਾਂ ਤੂੰ ਰੁਪਈਆ ਪੈਸਿਆਂ ਦਾ ਢੇਰ ਲਾ ਰਿਹਾ ਸੀ ਤੇ ਹੁਣ ਤੂੰ ਲੋਕਾਂ ਕੋਲ ਮੰਗਣ ਆ ਗਿਆ। ਉਹ ਕਹੇਗਾ ਜੀ ਇਹ ਜਾਦੂ ਦੀ ਖੇਡ ਸੀ, ਦੇਖਣ ਨੂੰ ਕੁਝ ਹੋਰ ਹੈ, ਅਸਲੀਅਤ ਵਿੱਚ ਕੁਝ ਹੋਰ ਹੈ। ਜਾਦੂ ਦੀ ਖੇਡ ਅਸਲੀਅਤ ਨਹੀਂ ਹੁੰਦੀ, ਇਹ ਤਾਂ ਬਾਜੀਗਰ ਦੀ ਡੁਗਡੁਗੀ ਵਰਗੀ ਖੇਡ। ਉਹ ਡੁਗਡੁਗੀ ਵਜਾਉਂਦਾ ਤੇ ਜਦੋਂ ਡੁਗਡੁਗੀ ਖੇਲ ਖਤਮ ਹੁੰਦੀ ਹੈ, ਸਾਰੇ ਘਰੋਂ ਕੋਈ ਪਸਰ ਜਾਂਦੇ ਨੇ, ਕੋਈ ਉਧਰ ਚਲਾ ਗਿਆ, ਕੋਈ ਉਧਰ ਚਲਾ ਗਿਆ। ਪਤਾ ਹੀ ਨਹੀਂ ਸੀ ਕੌਣ ਆਇਆ ਕੌਣ ਗਿਆ, ਉੱਥੇ ਕੌਣ ਕੌਣ ਤਮਾਸ਼ਾ ਦੇਖਣ ਆਇਆ, ਕਿਹੜਾ ਕਿਹੜਾ ਇਕੱਠਾ ਹੋਇਆ, ਇਹਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਹੋਇਆ। ਪਰ ਇੱਧਰ ਸਤਿਗੁਰੂ ਮਹਾਰਾਜ ਜਿਹੜੀ ਭਗਤ ਕਬੀਰ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ 'ਚ ਗੱਲ ਕੀਤੀ, ਕਹਿੰਦੇ ਨੇ ਮੇਰਾ ਹੁਣ ਭੁਲੇਖਾ ਦੂਰ ਹੋ ਗਿਆ, ਮੈਨੂੰ ਸਮਝ ਆ ਗਈ ਹੈ। ਕਿਹੜੀ? ਬਾਜੀਗਰ ਡੰਕ ਵਜਾਈ, ਉਹਨੇ ਡੁਗਡੁਗੀ ਵਜਾਈ ਸਭ ਖਲਕ ਤਮਾਸ਼ੇ ਆਈ। ਆ ਤਮਾਸ਼ਾ ਉਹਦਾ ਰਚਿਆ ਹੋਇਆ ਤੇ ਸਾਰੀ ਖਲਕ ਜਿਹੜੀ ਹੈ ਉਹਦੇ ਵਿੱਚ ਆ ਗਈ। ਤੇ ਫਿਰ ਕਹਿੰਦੇ ਨੇ ਜਦੋਂ ਬਾਜੀਗਰ ਨੇ, ਬਾਜੀਗਰ ਸਵਾਂਗ ਸਕੇਲਾ, ਸਕੇਲਾ ਦਾ ਅਰਥ ਕੀ ਹੁੰਦਾ ਹੈ? ਵੀ ਜਦੋਂ ਉਹਨੇ ਸਮੇਟ ਲਿਆ, ਜਦੋਂ ਬਾਜੀਗਰ ਨੇ ਉਹ ਸਾਰੀ ਖੇਡ ਨੂੰ ਸਮੇਟ ਲਿਆ, ਫਿਰ ਕਹਿੰਦੇ ਨੇ ਆਪਣੇ ਰੰਗ ਰਵੇ ਅਕੇਲਾ, ਫਿਰ ਤੋਂ ਇਕੱਲਾ ਹੀ ਰਹਿ ਗਿਆ। ਫਿਰ ਉਹਨੇ ਆਪਣੀ ਉਹ ਖੇਡ ਨੂੰ ਖਤਮ ਕਰਤਾ ਜਿਹੜੀ ਉਹਨੇ ਖੇਡ ਬਣਾਈ ਸੀ। ਕਥਨੀ ਕਹਿ ਭਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ। ਕਹਿੰਦੇ ਗੱਲਾਂ ਕਰਨਾ ਥੋੜੀ ਇਹ ਭੁਲੇਖੇ ਦੂਰ ਹੁੰਦੇ ਨੇ। ਦੇਖੋ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਇਹ ਸੋਚ ਕਦੀ ਦਿਮਾਗ 'ਚ ਲੈ ਕੇ ਆਂਦੀ? ਬਿਲਕੁਲ ਨਹੀਂ ਲੈ ਕੇ ਆਂਦੀ ਵੀ ਅਸੀਂ ਤਮਾਸ਼ੇ 'ਚ ਆਏ ਹਾਂ, ਅਸੀਂ ਪੁਤਲੀਆਂ ਹਾਂ, ਅਸੀਂ ਕਠਪੁਤਲੀਆਂ ਦੀ ਨਾਚ ਨੱਚਦੇ ਹਾਂ। ਕਦੀ ਕਮਾਲ ਅਸੀਂ ਸੋਚਦੇ ਹੀ ਨਹੀਂ। ਭਗਤ ਜੀ, ਭਗਤ ਰਵਿਦਾਸ ਜੀ ਤਾਂ ਸਾਨੂੰ ਇਹ ਗੱਲ ਕਹਿੰਦੇ, ਭਗਤ ਰਵਿਦਾਸ ਜੀ ਕਹਿੰਦੇ ਵੀ ਇਹ ਤਾਂ ਇੱਕ ਪੁੱਤਰਾ ਸੀ, ਉਹਨੂੰ ਮਾਲਕ ਨੇ ਬਣਾਇਆ, ਤੇ ਪਰ ਇਹ ਇੱਥੇ ਆ ਕੇ ਤਮਾਸ਼ੇ 'ਚ ਹੀ ਮਸਤ ਹੋ ਗਿਆ, ਤਮਾਸ਼ੇ 'ਚ ਹੀ ਨੱਚਦਾ ਹੈ। ਜਿਹੜੀ ਗੱਲ ਭਗਤ ਕਬੀਰ ਜੀ ਨੇ ਕਹੀ ਸੀ ਬਈ ਕਥਨੀ ਕਹਿ ਭਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ ਜਾਂ ਕੋ ਗੁਰਮੁਖ ਆਪ ਬੁਝਾਈ। ਹੁਣ ਜਿਹੜਾ ਗੁਰੂ ਅਨੁਸਾਰੀ ਹੋ ਗਿਆ, ਗੁਰੂ ਦੀ ਸ਼ਰਨ ਪੈ ਗਿਆ, ਦੇਖੋ ਗੁਰਮੁਖ ਦੇ ਖੱਖੇ ਨੂੰ ਸਿਹਾਰੀ ਹੈ, ਜਿਹਨੇ ਗੁਰੂ ਦੀ ਮੱਤ ਲੈ ਕੇ ਇਹ ਗੱਲ ਸਮਝ ਲਈ। ਕਿਹੜੀ? ਜਿੱਥੇ ਬੁਝਾਈ ਲਫ਼ਜ਼ ਆਪਾਂ ਪੜ੍ਹਦੇ ਆ ਜਪਜੀ ਸਾਹਿਬ ਵਿੱਚ, ਗੁਰਾ ਇੱਕ ਦੇ ਬੁਝਾਈ ਕਿ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਚਾਹੀ। ਬੁਝਾਈ ਦਾ ਅਰਥ ਸੋਝੀ, ਮਤ, ਅਕਲ, ਬੁੱਧੀ। ਇਹ ਮੇਰੀ ਐਸੀ ਸੋਚ ਦੇ ਦੇ, ਐਸੀ ਸੋਚ ਦੇ ਜਾਂ ਕੋ ਗੁਰਮੁਖ ਆਪ ਬੁਝਾਈ ਤਾਂ ਕਿ ਹਿਰਦੇ ਰਿਹਾ ਸਮਾਈ। ਕਹਿੰਦੇ ਇਹ ਗੱਲ ਤਾਂ ਜਿਹਨੂੰ ਗੁਰੂ ਪਾਤਸ਼ਾਹ ਜੀ ਨੇ, ਜਿਹਨੇ ਗੁਰੂ ਅਨੁਸਾਰੀ ਹੋ ਗਿਆ, ਭਗਤ ਜੀ ਕਹਿੰਦੇ ਨੇ ਜਦੋਂ ਬੰਦਾ ਗੁਰੂ ਅਨੁਸਾਰੀ ਹੁੰਦਾ ਉਹਨੂੰ ਇਹ ਸਮਝ ਆਉਂਦੀ ਹੈ ਵੀ ਇਹ ਸਾਰੀ ਖਲਕ ਜਿਹੜੀ ਹੈ ਇਹ ਤਮਾਸ਼ਾ ਹੈ, ਇਹ ਡੰਕ ਹੈ ਉਹਦੀ ਵੱਜਦੀ ਹੋਈ, ਇਹ ਉਪਤ ਖਪਤ ਜਿਹੜਾ ਹੈ ਉਹਦਾ ਖੇਡ ਹੈ। ਤੇ ਭਗਤ ਰਵਿਦਾਸ ਜੀ ਵੀ ਕਹਿੰਦੇ ਦੇਖੋ ਬਣਾਈ ਉਹਨੇ ਖੇਡ ਸੀ, ਖੇਡ ਖੇਡਣ ਲਈ ਆਏ, ਖੇਡ ਖਤਮ ਵੀ ਜ਼ਰੂਰ ਹੋਏਗੀ, ਪਰ ਇਸ ਖੇਡ ਵਿੱਚ ਅਸੀਂ ਇੰਨੇ ਕੁ ਮਸਤ ਹੋ ਗਏ ਕਿ ਸਾਨੂੰ ਖੇਡ ਬਣਾਉਣ ਵਾਲਾ ਹੀ ਭੁੱਲ ਗਿਆ, ਇੰਨੇ ਮਸਤ ਹੋ ਗਏ। ਭਗਤ ਜੀ ਨੇ ਫਿਰ ਗੱਲ ਕੀਤੀ ਕਿ ਜਦੋਂ ਖੇਡ ਵਿੱਚ ਕੁਝ ਮਿਲ ਜਾਂਦਾ ਹੈ ਤਾਂ ਅਸੀਂ ਹੰਕਾਰ ਦੀਆਂ ਟੀਸੀਆਂ ਤੇ ਚੜ ਜਾਂਦੇ ਹਾਂ, ਅਭਿਮਾਨ ਦੀਆਂ ਟੀਸੀਆਂ ਤੇ ਚੜ ਜਾਂਦੇ ਹਾਂ।
पर उसकी बनाई हुई खेल विचों कोई विछड़ जाए, कोई चला जाए, तो असी सिर सुट के बैठ जाते हैं। सानू रोंदियां तो साह ही नहीं आता, बस हाय रब ने साडे नाल की कीता, रब ने की बदला लै लिया। गुरु साहब सच्चे पातशाह जी ने कहा भी ये असल च मनुख अपने मन करके, बचना करके, कर्मा करके पूरी तरह खेड विच खिडी जाता, मस्त हो गया खेड दे विच। जद कि खेड खत्म होने वाली है, जदा ना ही खेड है मुकना है, वो खपत है, उपत हुई है तो खपत होएगी। ये नहीं हो सकता भी उपत होवे तो खत्म नहीं होए। कहते जदों खत्म हो जाती है तो फिर कहते ने जीव जाता कित्थे है, जिहो जी खेड खेडदा सी कहते उहो जिहा बन गया। अगों फिर इहदा उह हिसाब किताब बनिया, क्योंकि जोत वो ज्योति विच समाई, उन्हें फिर अगों भेज दित्ती, तोड़ दित्ती भी चल फिर चल के अब खेड खेड, ते खेड दे विच फिर परमेश्वर नाल मिल। तो गुरु महाराज सच्चे पातशाह जी ने गुरबाणी च सानू गल्लां समझाइयां। भगत रविदास जी का शब्द असीं आप ही सुनिया, कहते माटी को पुत्रा कैसे नचत है। देखो है मिट्टी का पुत्रा, कुछ पुतली है उस जा बाजीगर दी, वो मालक कौन बाजीगर। कहते देखै देखै सुने बोले दोहरियो फिरत है। देखदा सुनदा दौड़ा ही फिरता है, टका आउंदा ही नहीं, इन्हू पता ही नहीं भी मैं खपत भी है, मेरा कोई अंत भी है, मेरा कोई एंड भी है। आही है ना साडी सारी दौड़ रोज दी, जिहड़ी रोज दी दौड़ आपां दौड़दे आ, साडी जीवन दी दौड़ इहो ही खड़ी है ना सारी। देखै देखै सुनै बोले दोहरियो फिरत है, जब कछ पावै तब गर्व करत है। लो जी जदों कुछ मिल गया हंकार दियां तीसियां ते चढ़ गया, माया गई तब रोवन लगता है। घाटा पै गया बस ये क्यों होया जी, मैं तो एवें काम कर लिया, भुलेखे गलतियां अपनियां बंदा ढाई मारदा। कहते ने मन बच क्रम रस रसे लुभाना, मन करके बचना करे, भाव जिंदगी का हर पहलू ही ਉਹਦਾ ਰਸਾਂ ਵਿੱਚ ਲੱਗਾ ਹੋਇਆ। ਜ਼ਿੰਦਗੀ ਦਾ ਹਰ ਪਹਿਲੂ ਹੀ ਉਹ ਭੋਲਿਆ, ਤੈਨੂੰ ਖਪਤ ਦਾ ਨਹੀਂ ਪਤਾ, ਤੈਨੂੰ ਆਪਣੇ ਐਂਡ ਦਾ ਨਹੀਂ ਪਤਾ, ਤੈਨੂੰ ਆਪਣੇ ਅਖੀਰ ਦਾ ਨਹੀਂ ਪਤਾ। ਤੇਰੇ ਮਨ ਵੀ ਉਧਰ, ਤੇਰੇ ਬਚਨ ਵੀ ਉਧਰ, ਤੇਰੀ ਬੋਲੀ 'ਚ ਵੀ ਉਹ ਹੁੱਕ ਜੀ, ਕਰਮਾਂ ਵਿੱਚ ਵੀ ਤੇਰੇ ਉਹ ਹੁੱਕ ਜੀ, ਤੇ ਜੋ ਕੁਝ ਕਰਦਾ ਹੈ ਤੇਰੇ ਕੰਮ ਵੀ ਹੋ ਜੇ ਨੇ। ਤੇ ਸਤਿਗੁਰ ਜੀ ਬਿਨਸ ਗਿਆ, ਬਿਨਸ ਗਿਆ ਜਾਏ ਕਹੂੰ ਸਮਾਨਾ। ਭਗਤ ਜੀ ਕਹਿੰਦੇ ਨੇ ਵੀ ਦੱਸੋ ਬਈ ਫਿਰ ਕੀ ਹੋਇਆ। ਕਹਿੰਦੇ ਭੋਲਿਓ ਦੇਖੋ ਤੁਹਾਨੂੰ ਸਮਝਾਈਏ। ਕਹੇ ਰਵਿਦਾਸ ਬਾਜੀ ਜਗ ਭਾਈ, ਤੇ ਜਗਤ ਹੈ ਬਾਜੀ ਉਹਦੀ, ਤੇ ਬਾਜੀ ਕਦੀ ਖੇਡ ਹੁੰਦੀ ਹੈ, ਬਾਜੀ ਕਦੀ ਸਦਾ ਰਹਿਣ ਵਾਲੀ ਨਹੀਂ ਹੁੰਦੀ। ਬਾਜੀ ਨੇ ਖਤਮ ਹੋ ਜਾਣਾ ਹੈ, ਬਾਜੀ ਨੇ ਮੁੱਕ ਜਾਣਾ ਹੈ। ਬਾਜੀ ਕਦੀ ਇੱਕ ਲੰਬੀ ਨਹੀਂ ਚੱਲਦੀ। ਭੋਲਿਆ ਜੀਵਨ ਦੀ ਬਾਜੀ ਹੈ, ਖੇਡਣ ਖੇਡ ਆਇਆ ਖੇਡ, ਪਰ ਖੇਡ ਵਿੱਚ ਬਾਜੀ ਬਣਾਉਣ ਵਾਲੇ ਨੂੰ ਯਾਦ ਰੱਖ। ਜੇ ਪਰ ਜਿਹੜੇ ਗੁਰੂ ਅਨੁਸਾਰੀ ਨੇ ਉਹਨੂੰ ਸਮਝ ਆ ਜਾਂਦੀ ਹੈ ਕਿਹੜੀ, ਤਿਸ ਮੈਂ ਓਪਤ ਖਪਤ ਸੋ ਬਾਜੀ, ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ। ਤੇ ਉਹ ਕਰਦੇ ਕੀ ਨੇ ਫਿਰ। ਭਗਤ ਰਵਿਦਾਸ ਜੀ ਕਹਿੰਦੇ ਕਹੇ ਰਵਿਦਾਸ ਬਾਜੀ ਜਗ ਭਾਈ, ਬਾਜੀਗਰ ਸੋ ਮੋਹੇ, ਬਾਜੀਗਰ ਸੋ ਮੋਹੇ ਪ੍ਰੀਤ ਮਨ ਆਈ। ਮੇਰੀ ਪ੍ਰੀਤ ਕਹਿੰਦੇ ਉਹਨਾਂ ਬਣ ਗਈ ਹੈ, ਮੈਨੂੰ ਪਤਾ ਲੱਗ ਗਿਆ ਵੀ ਇਹ ਬਾਜੀ ਥੋੜੀ ਚਿਰੀ ਹੈ, ਆਪਾਂ ਪ੍ਰੀਤ ਉਹ ਬਾਜੀਗਰ ਨਾਲ ਪਾ ਲਈ ਹੈ ਜਿਹਨੇ ਬਣਾਈ ਹੈ। ਜ਼ਿੰਦਗੀ ਜਿਹੜੇ ਗੁਰਮੁਖ ਨੇ, ਗੁਰੂ ਅਨੁਸਾਰੀ ਹੋ ਕੇ ਜਿੰਦੇ ਨੇ, ਸਾਹਿਬ ਜੀ ਬਚਨ ਕਰਦੇ ਤਿਸ ਮੈਂ ਓਪਤ ਖਪਤ ਸੋ ਬਾਜੀ। ਉਹਨਾਂ ਨੂੰ ਇਹ ਸਮਝ ਆਉਂਦੀ ਹੈ ਵੀ ਜੀਵਨ ਇੱਕ ਖੇਡ ਹੈ, ਖੇਡ। ਇਹ ਖੇਡ ਖੇਡੋ, ਪਰ ਖੇਡ ਵਿੱਚ ਇੰਨੇ ਮਸਤ ਨਾ ਹੋ ਜਾਓ ਵੀ ਅਸੀਂ ਖੇਡ ਨੂੰ ਕਦੀ ਖਤਮ ਹੋਣੀ ਵਾਲੀ ਸਮਝ ਬੈਠ ਜਾਈਏ। ਖੇਡ ਖਤਮ ਹੋਣ ਵਾਲੀ ਨਾਸ਼ਵਾਨ ਹੈ, ਪਰ ਸਮਝ ਕਦੋਂ ਆਉਂਦੀ ਹੈ, ਸਾਜ ਸ਼ਬਦ ਬਿਨ ਪਤ ਨਹੀਂ ਪਾਵੇ। ਜਿਹੜੀ ਅਗਲੀਆਂ ਗੱਲਾਂ ਗੁਰੂ ਸਾਹਿਬ ਨੇ ਅਖੀਰ ਤੇ ਪੱਕੀਆਂ ਕੀਤੀਆਂ ਸਾਨੂੰ, ਗੱਲਾਂ ਉੱਥੋਂ ਹੀ ਸਮਝ ਆਉਂਦੀਆਂ ਨੇ। ਗੁਰ ਕੈ ਸ਼ਬਦ ਰਪੇ ਰੰਗ ਲਾਏ, ਰਪੇ ਦਾ ਅਰਥ ਰੰਗਣਾ, ਵੀ ਰੰਗ ਐਸਾ ਚੜ੍ਹਦਾ, ਐਸਾ ਚੜ੍ਹਦਾ, ਐਸਾ ਚੜ੍ਹਦਾ। ਹੁਣ ਗੁਰੂ ਦੇ ਸ਼ਬਦ ਦਾ ਰੰਗ ਤਾਂ ਕਦੀ ਉਤਰਦਾ ਨਹੀਂ। ਦੁਨੀਆ ਦੇ ਪਦਾਰਥਾਂ ਦਾ ਰੰਗ ਜਿਹੜਾ ਹੈ ਉਹ ਥੋੜ ਚਿਰਾ ਹੈ, ਲੇਕਿਨ ਗੁਰੂ ਦੇ ਸ਼ਬਦ ਦਾ ਰੰਗ ਜਿਹੜਾ ਹੈ ਉਹ ਪੱਕਾ ਹੈ। ਗੁਰੂ ਸਾਹਿਬ ਜੀ ਨੇ ਜਿਹੜਾ ਬਚਨ ਲਿਖਿਆ ਨਾ, ਦੁਨੀਆ ਦੀ ਗੱਲ ਵਿੱਚ ਇੱਕ ਗੱਲ ਕੀਤੀ, ਕਹਿੰਦੇ ਫਿਰ ਬਈ ਦੁਨੀਆ ਨਾ ਸਲਾਹ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹ ਜੋ ਮਰ ਖਾਕ ਤੀ।
ਇਹ ਤੈਨੂੰ ਸਮਝ ਨਹੀਂ ਆਈ ਵੀ ਇਹ ਅਜੇ ਤੱਕ ਵੀ ਹੈ? ਇਹ ਤਾਂ ਸ਼ਬਦ ਨੇ ਗੱਲ ਸਮਝਾਉਣੀ ਕੀ ਹੈ, ਇਹ ਵੀ ਗੱਲ ਸਮਝ ਲੈ ਫਿਰ। ਕੱਚਾ ਰੰਗ ਕੁਸੁੰਭ ਕਾ ਥੋੜ ਰਿਆ ਦਿਨ ਚਾਰ ਜੀਓ, ਉਹ ਤਾਂ 4 ਦਿਨ ਦੀ ਖੇਡ ਹੈ। ਫਿਰ ਕਹਿੰਦੇ ਬਿਨ ਨਾਮੇ ਭਰਮ ਭੁੱਲੀਆ ਠੱਗ ਮੁੱਠੀ ਕੁੜਿਆਰ ਜੀਓ। ਕੁੜਿਆਰ, ਅਸੀਂ ਤਾਂ ਠੱਗੇ ਜਾ ਰਹੇ ਹਾਂ ਇਸ ਜੀਵਨ ਦੀ ਖੇਡ ਵਿੱਚ ਕੱਚੇ ਰੰਗ ਨੂੰ ਦੇਖ ਕੇ। ਪਰ ਅੱਗੇ ਹੈਗਾ ਸੱਚੇ ਸੇਤੀ ਰਤਿਆ ਜਨਮ ਨਾ ਦੂਜੀ ਵਾਰ ਜੀਓ। ਜੇ ਅਸੀਂ ਸੱਚੇ ਸ਼ਬਦ ਵਿੱਚ ਰੰਗ ਲਿਆ, ਰਤ ਲਿਆ, ਆਪਣੇ ਆਪ ਨੂੰ ਰੰਗ ਲਿਆ, ਰੰਗਣਾ ਕਿੱਥੇ ਹੈ? ਸੱਚੇ ਸ਼ਬਦ ਵਿੱਚ। ਇਹ ਤਾਂ ਲਾਲ ਰੰਗ ਹੈ, ਕੱਚਾ ਰੰਗ ਨਹੀਂ, ਪੱਕਾ ਰੰਗ ਹੈ। ਵੱਡੇ ਭਾਗਾਂ ਨਾਲ ਜਿੱਤੇ ਰੰਗ ਚੜ੍ਹਦਾ ਹੈ, ਸ਼ਬਦ ਦਾ ਉਹ ਰੰਗ ਉਤਰਦਾ ਨਹੀਂ। ਇਹ ਤਾਂ ਰਾਮ ਰੰਗ ਕਦੇ ਉਤਰ ਨਾ ਜਾਏ ਵਾਲੀ ਗੱਲ ਹੈ। ਇਹ ਕਹਾਣੀ ਕੋਈ ਛੋਟੀ ਮੋਟੀ ਨਹੀਂ ਹੈ ਵੀ ਉਹ ਛੋਟੀ ਕਹਾਣੀ ਉਹ ਰੰਗ ਉਤਰ ਜਾਏਗਾ ਚੜ। ਹਾਂ, ਦੁਨੀਆ ਦਾ ਰੰਗ 4 ਦਿਨ ਦਾ ਹੈ, ਲੇਕਿਨ ਸਾਹਿਬ ਜੀ ਕਹਿੰਦੇ ਗੁਰ ਕੈ ਸ਼ਬਦ ਰਪੇ ਰੰਗ ਲਾਏ। ਹੁਣ ਸ਼ਬਦ ਤੋਂ ਬਿਨਾਂ ਭਵਜਲ ਤਰਿਆ ਵੀ ਨਹੀਂ ਜਾ ਸਕਦਾ, ਇਹ ਵੀ ਗੱਲ ਪੱਕੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਭੈਰੋਂ ਰਾਗ ਚ ਇੱਕ ਬਚਨ ਇੱਕ ਗੱਲ ਕਹੀ ਹੈ ਵੀ ਭਵਜਲ ਬਿਨ ਸ਼ਬਦੇ ਕਿਉਂ ਤਰੀਐ। ਵੀ ਸ਼ਬਦ ਦੇ ਜਿੱਧਰ ਰੰਗ ਨਹੀਂ ਲੱਗਦਾ, ਜਦ ਤੱਕ ਸ਼ਬਦ ਨਾਲ ਆਪਣੇ ਹਿਰਦੇ ਨੂੰ ਰੰਗਿਆ ਨਹੀਂ ਜਾਂਦਾ, ਉਹਦੇ ਤੋਂ ਬਿਨਾਂ ਤਾਂ ਨਾਮ ਬਿਨਾਂ ਜਗ ਰੋਗ ਵਿਆਪਿਆ, ਡੁੱਬਦਾ ਡੁੱਬ ਡੁੱਬ ਮਰੀਐ। ਵੀ ਨਾਮ ਤੋਂ ਬਿਨਾਂ ਤਾਂ ਸਾਡੇ ਰੋਗ ਲੱਗੇ ਹੋਏ ਨੇ, ਤੇ ਦੁਬਦਾ ਵਿੱਚ ਅਸੀਂ ਦੋ ਰੁਖੀ ਵਿਚਾਰਧਾਰਾ ਵਿੱਚ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹਾਂ। ਪਰ ਭਵਜਲ ਬਿਨ ਸ਼ਬਦੇ ਕਿਉਂ ਤਰਿਐ, ਵੀ ਨਹੀਂ ਤਰਿਆ ਜਾਣਾ। ਇਹ ਸਮਝ ਕੇ ਨੂੰ ਆਉਂਦੀ ਹੈ ਜਿਹੜਾ ਗੁਰੂ ਕੇ ਅਨਸਾਰੀ ਹੋ ਕੇ ਗੁਰੂ ਦੇ ਸ਼ਬਦ ਨਾਲ ਆਪਣੇ ਆਪ ਨੂੰ ਪ੍ਰਭੂ ਨਾਲ, ਪ੍ਰਭੂ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲੈਂਦਾ ਹੈ। ਤੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਕੀ ਰੰਗਣਾ ਹੋਇਆ? ਜਿਹਨੇ ਆਪਣੇ ਆਪ ਨੂੰ ਪਰਮੇਸ਼ਰ ਨਾਲ ਰੰਗ ਲਿਆ, ਉਹਨੂੰ ਹੋਰ ਰੰਗ ਦੀ ਹੁਣ ਲੋੜ ਨਹੀਂ ਹੈ। ਉਹਨੂੰ ਦੁਨੀਆ ਦੇ ਬਨੋਟੀ ਰੰਗਾਂ ਦੀ ਵੀ ਲੋੜ ਨਹੀਂ ਹੈ। ਅਸੀਂ ਕਈ ਤਰ੍ਹਾਂ ਦੇ ਰੰਗ ਚਾੜਦੇ ਹਾਂ, ਕਈ ਤਰ੍ਹਾਂ ਦੇ ਸਜਾਵਟਾਂ ਕਰਦੇ ਹਾਂ, ਕਈ ਤਰ੍ਹਾਂ ਦੇ ਰੰਗ ਲਾਉਂਦੇ ਹਾਂ ਇਹਦੇ ਲਈ, ਖੂਬਸੂਰਤੀ ਲਈ। ਪਰ ਜਿਹਨੂੰ ਸ਼ਬਦ ਦਾ ਰੰਗ ਲੱਗ ਗਿਆ, ਉਹਦੇ ਵਰਗਾ ਖੂਬਸੂਰਤ ਹੈ ਹੀ ਕੋਈ ਨਹੀਂ। ਉਹ ਤਾਂ ਸਾਰੀ ਦੁਨੀਆ ਨਾਲੋਂ, ਕਿਉਂਕਿ ਪਰਮੇਸ਼ਰ ਉਹਦੇ ਹਿਰਦੇ ਵਿੱਚ ਵਸਿਆ ਹੋਇਆ, ਸਾਰੀ ਦੁਨੀਆ ਨਾਲ ਖੂਬਸੂਰਤ ਹੈ, ਸੋਹਣਾ ਹੈ, ਕਿਉਂਕਿ ਉਹ ਸਤ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਤੇ ਨਾਮ ਦਾ ਰੰਗ ਉਹਦੇ ਜੀਵਨ ਤੇ ਚੜਿਆ ਹੋਇਆ ਹੈ। ਫਿਰ ਸਤਿਗੁਰੂ ਜੀ ਕਹਿੰਦੇ ਗੁਰ ਕੈ ਸ਼ਬਦ ਰਪੈ ਰੰਗ ਲਾਏ, ਸਾਚ ਰਤੋ ਪਤ ਸਿਉ ਕਰ ਜਾਏ। ਰਤਾ ਦਾ ਅਰਥ, ਰਤੋ ਦਾ ਅਰਥ ਰਤਾ ਹੋਇਆ, ਬਿਲਕੁਲ ਬਿਲਕੁਲ ਭਤੀਜਿਆ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਸੱਚੇ ਪ੍ਰਭੂ ਵਿੱਚੋਂ ਰੰਗਿਆ ਹੋਇਆ ਗੁਰਮੁਖ ਜਿਹੜਾ ਫਿਰ ਹੈ ਗੁਰੂ ਅਨੁਸਾਰੀ, ਉਹ ਇੱਜ਼ਤ ਲੈ ਕੇ ਆਪਣੇ ਘਰ ਵਿੱਚ ਪਹੁੰਚਦਾ ਹੈ। ਉਹ ਹੈ ਚੱਲੇ ਜਨ ਸਵਾਰ ਵਖਰ ਸੱਚ ਲੈ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ। ਇਹਨੂੰ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਅਸੀਂ ਤਾਂ ਭਾਵੇਂ ਸ਼ਰਾਬੀ ਮਰ ਜਾਏ, ਭਾਵੇਂ ਵਿਚਾਰੀ ਮਰ ਜਾਏ, ਭਾਵੇਂ ਉਹ ਜੂਆ ਖੇਡਦਾ ਮਰ ਜਾਏ, ਸਾਡੇ ਲਈ ਉਹ ਗੁਰਮੁਖ ਹੀ ਹੈ। ਉੱਥੇ ਖੜੇ ਹੋ ਕੇ ਜੋ ਝੂਠ ਕੁਫਰ ਤੋਲਦੇ ਹਾਂ ਅਸੀਂ, ਜਿਹੜੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੰਨਾ ਕੁਫਰ ਅਸੀਂ ਤੋਲਦੇ ਹਾਂ, ਜਿਹੜਾ ਕਿ ਸਾਡੇ ਗੁਰੂ ਨੂੰ ਤਾਂ ਸਾਰੀ ਗੱਲ ਪਤਾ ਸੀ। ਅਸੀਂ ਗੁਰੂ ਦੀ ਹਜ਼ੂਰੀ ਨੂੰ ਸ਼ਾਇਦ ਗੁਰੂ ਨੂੰ ਛੋਟਾ ਜਿਹਾ ਸਮਝ ਲੈਂਦੇ ਹਾਂ ਕਿ ਗੁਰੂ ਛੋਟਾ ਹੈ, ਅਸੀਂ ਬਹੁਤ ਵੱਡੇ ਆ। ਭੋਲਿਆ ਐਵੇਂ ਭੁਲੇਖਾ ਨਾ ਰੱਖ, ਗੁਰੂ ਬਹੁਤ ਵੱਡੀ ਤਾਕਤ ਹਸਤੀ ਹੈ, ਔਰ ਗੁਰੂ ਤਾਂ ਤੇਰੇ ਹਰ ਚੀਜ਼ ਨੂੰ ਜਾਣਦਾ ਹੈ। ਤੇ ਸਾਹਿਬ ਜੀ ਕਹਿੰਦੇ ਨੇ ਕੇਵਲ ਸਾਚ ਰਤੋਂ ਪਤ ਸਿਉ ਕਰ ਜਾਏ। ਵੀ ਜਦੋਂ ਇਹ ਸੱਚੇ ਦੇ ਚ ਰੰਗੇ ਹੋਏ ਬੰਦੇ ਨੇ ਆਪਣੀ ਇੱਜ਼ਤ ਲੈ ਕੇ ਇੱਜ਼ਤ ਨਾਲ ਘਰ ਜਾਂਦੇ ਨੇ। ਵੀ ਜਦੋਂ ਬੰਦਾ ਖੇਡ ਜਿੱਤ ਕੇ ਆਉਂਦਾ ਨਾ, ਦੇਖੋ ਕਿੰਨਾ ਉਹਨਾਂ ਨੂੰ ਆਦਰ ਮਿਲਦਾ, ਕਿੰਨਾ ਮਾਣ ਮਿਲਦਾ ਹੈ, ਕਿੰਨੀ ਸਵਾਗਤ ਉਹਨਾਂ ਦਾ ਹੁੰਦਾ, ਕਿੰਨਾ ਉਹਨਾਂ ਦੇ ਗਲਾਂ 'ਚ ਹਾਰ ਪੈਂਦੇ ਆ। ਬਸ ਇਹੋ ਹੀ ਹੈ ਨਾ, ਜੀਵਨ ਬਾਜੀ ਜਿੱਤ ਗਿਆ, ਜੋ ਜੀਵਨ ਦੀ ਬਾਜੀ ਜਿੱਤ ਗਿਆ, ਉਦੋਂ ਪਤ ਹੈ ਮਾਲਕ ਦੇ ਦਰ ਦੇ ਉੱਤੇ ਜਾ, ਮਾਲਕ ਦਾ ਘਰ। ਸਾਜ ਸ਼ਬਦ ਬਿਨ ਪਤ ਨਹੀਂ ਪਾਵੇ। ਲੋ ਹੁਣ ਗੱਲ ਸਮਝ ਇੱਥੇ ਫਿਰ ਮਗਰੂ ਜੀ, ਸੱਚੇ ਸ਼ਬਦ ਤੋਂ ਬਿਨਾਂ ਕੋਈ ਇੱਜ਼ਤ ਹਾਸਲ ਨਹੀਂ ਕਰ ਸਕਦਾ। ਭਾਵ ਆ ਜਿਹੜਾ ਸ਼ਬਦ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਨਾ, ਇਹ ਤੋਂ ਬਿਨਾਂ ਕੋਈ ਇੱਜ਼ਤ ਜਿਹੜੇ ਹੈ ਉਹ ਹਾਸਲ ਨਹੀਂ ਕਰ ਸਕਦਾ। ਨਾ ਹੀ ਕਿਸੇ ਨੂੰ ਅੱਜ ਤੱਕ ਮਿਲਿਆ, ਨਾ ਹੀ ਕਿਸੇ ਨੂੰ ਮਿਲੇਗਾ। ਜਿਹੜਾ ਬੰਦਾ ਸ਼ਬਦ ਵਿੱਚ ਰੰਗਿਆ ਗਿਆ, ਉਹ ਤਾਂ ਕਮਾਲ ਦੀ ਗੱਲ ਹੈ। ਉਹਦੀ ਜ਼ਿੰਦਗੀ ਦੀ ਖੇਡ ਹੀ ਬੜੀ ਕਮਾਲ ਦੀ ਹੋ ਜਾਂਦੀ ਹੈ। ਉਹਦੀ ਤਾਂ ਜ਼ਿੰਦਗੀ ਦਾ ਹਰ ਕਿਰਦਾਰ ਹੀ ਬੜਾ ਵਧੀਆ ਹੋ ਜਾਂਦਾ ਹੈ।
तो शब्द विच रंगे होए दी जिहड़ी सोच है वो होर सोच जिहड़ी है उन्हां तों उत्ते जिहड़ी उठ जाती है। गुरु महाराज सच्चे पातशाह जी ने गल की है कि सच्चे शब्द नाल ही पत मिलती है। ये गल सानू गुरु जी ने बाणी विच भी समझाई। गुरु अर्जन देव महाराज ने आसा राग विच एक भजन लिखिया, कहते शब्द जिहड़ा है ਇਹ ਤਾਂ ਮੈਨੂੰ ਆਤਮਿਕ ਜੀਵਨ ਦੇ ਦਿੰਦਾ ਹੈ। ਸ਼ਬਦ ਮੈਨੂੰ ਆਤਮਿਕ ਜੀਵਨ ਦਿੰਦਾ ਹੈ। ਮੈਂ ਇਸ ਨੂੰ ਇੱਕ ਖਿੰਨ ਪਲ ਲਈ ਵੀ ਆਪਣੇ ਕੋਲੋਂ ਵਿਸਾਰਦਾ ਨਹੀਂ, ਆਪਣੇ ਕੋਲ ਦੂਰ ਨਹੀਂ ਕਰਦਾ, ਕਿਉਂਕਿ ਸ਼ਬਦ ਮੈਨੂੰ ਜੀਵਨ ਦਿੰਦਾ, ਜੀਵਨ ਬਖਸ਼ਦਾ ਹੈ। ਤੇ ਮੈਨੂੰ ਸ਼ਬਦ ਜਿਹੜਾ ਹੈ ਇਹ ਮੈਨੂੰ ਉਹਦੇ ਦਰਸ਼ਨ ਸ਼ਬਦ ਦੇ ਨਾਲ ਪਰਮੇਸ਼ਰ ਦੇ ਮੈਨੂੰ ਦਰਸ਼ਨ ਕਰਾਉਂਦਾ ਹੈ, ਮਿਲਾ ਦਿੰਦਾ ਹੈ। ਉਹਦੇ ਮੈਨੂੰ ਚਰਨਾਂ ਦੀ ਛੂਹ ਬਖਸ਼ਦਾ ਹੈ। मेरे मन ਨੂੰ ਖੇੜਾ ਤੇ ਆਨੰਦ ਆਉਂਦਾ ਹੈ ਔਰ ਮੇਰਾ ਮਨ ਸਦੀਵ ਚਾਉ ਵਿੱਚ ਬਣਿਆ ਰਹਿੰਦਾ ਹੈ। ਮੇਰੇ ਮਨ ਚਾਉ ਬਣਿਆ ਰਹਿੰਦਾ ਹੈ ਕਿ ਕਿੱਥੇ ਕਿਧਰ ਬੰਦਾ ਸਾ ਸ਼ਬਦ ਨਾਲ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਹਮਾਰੀ ਪਿਆਰੀ ਕਿਹੜੀ ਬਾਣੀ ਗੁਰੂ ਦਾ ਸ਼ਬਦ ਆਤਮਿਕ ਜੀਵਨ ਦੇਣ ਵਾਲੀ ਹੈ। ਆਤਮਿਕ ਰਸ ਚਾਹੁੰਦਾ ਇਹਦੇ ਵਿੱਚੋਂ, ਇਹ ਚ ਆਤਮਿਕ ਹਾਰੇ ਨੇ। गुरु ने कृपा की गुरनिमख ना मन ते टारी रे। गुरु ने एक अख दे होर जिन्ने भी मेरे तो दूर नहीं हो देती। फिर कहते ने दर्शन परसन सरसन हरसन रंग रंगी करतारी रे। वाह कमाल दे बोल महाराज दे। करतार दे रंग विच रंगे की है? दर्शन परसन सरसन हरसन। चार चीजां गुरु महाराज ने लिखियां। इदू वधिया आनंद की हो सकता? शब्द विचों इन्ना खेड़ा, इन्नी खुशी। ते कहंदे ने भोल देखो जी खिन रम गुर गम। एक खिन तां टिक के देख, पहुंच गुरु तक बन जाती है। गम दा अर्थ पहुंच। कहंदे खिन रम एक रख तां सही कदी। खिन रम गुर गम हर दम। ते जे किते हरदम ही तेरे हिरदे च टिक जाए गुरु दे शब्द दा भौ ते नह जम मौत दा भै भी मुक गया। इंसान मौत तो ही डरता है ते जदों वो इहदे च जुड़ गया उहदे च मौत दा भै भी खत्म हो गया। डरदा ही नहीं मौत तो। मौत नालों की डरदा है? मौत उहदे कोल डरदी है जिहड़ा मौत नूं याद रखदा। उहनूं पता मैं चले जाना, मैं बिनसन हार है, ये जीड़ा रहन वाला नहीं है। उहनूं पता है गल दा। कहंदे ने खिन रम गुर गम। फिर कहंदे हर दम नह जम हर कंठ नानक और हारी रे। कंठ दा गला, गले दा हार बन जाना। तो गुरु साहब सच्चे पातशाह जी ने कहा ये तो मेरे गले दा हार है। हर वेले ये मेरे गले दा हार मतलब मेरी रचना दे उत्ते ये हर वेले गुरु दे शब्द बसिया होया है। तो गुरु दे शब्द तो बिना पत नहीं है। सच्चे शब्द तो बिना कोई मनुख इज्जत पा नहीं सकता, ना ही उन्हें मिल सकती है। नानक बिन नावे क्यों साच समावे। क्यों दा अर्थ किवें? गुरु नानक साहब कहते ने भोलियो कर्म नाल परमात्मा नहीं मिलता। एक कर्म धर्म पखंड जो दिसे तेने जम जगाती लूट है। इन्हां नाल नहीं मिलना। नाम विच सुरत जोड़नी पेगी। जद तक हिरदे दे विच नाम पक्का नहीं हुंदा तद तक परमेश्वर दे दर ते इज्जत भी नहीं मिलनी। सारी कहानी नाम दी है, ओदी याद दी है, ओदे प्यार दी है। नाम दा मतलब कोई खास शब्द नहीं है। ਉਹਦਾ ਪਿਆਰ, ਉਹਦੀ ਯਾਦ, ਉਸ ਪਰਮੇਸ਼ਰ ਦਾ ਭਉ, ਉਹਦਾ ਅਦਬ, ਉਹਦਾ ਸਤਿਕਾਰ। तो सतगुरु जी कहते ने भी हे नानक प्रभु के नाम तो बिना प्रभु विच मनुख किवें समा सकता है? भाव नहीं समा सकता। तो नाम परमेश्वर की याद ही है जो सानू ये दृढ़ कराउंदी है कि ये धरती जिहड़ी उस मालिक ने बनाई है। ये धरती सदा रहन वाली नहीं और असी भी इस धरती के पसारे में सदा कायम रहने वाले नहीं है। कि उहदी खेड है। खेड कदी सਦੀव नहीं हुंदी। ये खेड जिहड़ी है ये नाश हो जाएगी। जदों मनुख गुरु के शब्द नाल जुड़दा प्रभु के रंग विच रंगिया जाता है। सच्चे दे विच रंगिया होया मनुख फिर इज्जत लैके अपने घर विच जांदा है। चले जन्म सवार वखर सच लै। सच दा सौदा लिया ते अपना जन्म सवार लिया। जिहड़े दूजे हानू बाजी हार जाते हैं ते जिहड़े गुरु के प्यार विच रंगे हुए जिन्हें गुरमुख गुरु अनुसारी हो जाते हैं वो जीवन की बाजी जित जाते हैं। सतगुरु जी ने कहा फिर इत्थे जदों वो अपने घर पहुंचता तो
ਜਿਹੜੀ ਭੰਨਣ ਤੇ ਘਟਣ ਦੀ ਖੇਡ ਸੀ ਉਹਦੀ ਮੁੱਕ ਜਾਂਦੀ ਹੈ, ਕਿਉਂਕਿ ਉਹ ਜੋਤ ਜੋਤੀ ਵਿੱਚ ਸਮਾ ਗਈ। ਉਹਦਾ ਜਨਮ ਮਰਨ ਖਤਮ ਹੋ ਗਿਆ, ਕਿਉਂਕਿ ਉਹ ਜਿਸ ਕੰਮ ਲਈ ਸੰਸਾਰ 'ਚ ਆਇਆ ਸੀ ਉਹ ਕਾਰਜ ਉਹਨੇ ਆਪਣਾ ਪੂਰਾ ਕਰ ਲਿਆ। ਪਰ ਨਾਲ ਹੀ ਹੁਣ ਕਹਿਤਾ ਭਾਈ, ਸੱਚੇ ਸ਼ਬਦ ਤੋਂ ਬਿਨਾਂ ਗੱਲਾਂ ਸਮਝ ਨਹੀਂ ਆ ਸਕਦੀਆਂ, ਔਰ ਸੱਚੇ ਸ਼ਬਦ ਤੋਂ ਬਿਨਾਂ ਇੱਜ਼ਤ ਵੀ ਨਹੀਂ ਮਿਲ ਸਕਦੀ, ਮਾਨ ਵੀ ਨਹੀਂ ਮਿਲ ਸਕਦਾ, ਪੱਤ ਵੀ ਨਹੀਂ ਬਣ ਸਕਦੀ। ਤੋ ਪੱਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ। ਸਤਿਗੁਰ ਦੇ ਪੱਤ ਜਿਹੜੀ ਹੈ ਸਤਿਗੁਰ ਦੇ ਸ਼ਬਦ ਦੇ ਭੈ ਵਿੱਚ ਰਹਿ ਕੇ ਮਿਲਦੀ ਹੈ। ਤੋ ਇਹ ਨਾਲ ਅਖੀਰ ਕਹਿੰਦੇ ਭਾਈ ਭੋਲਿਓ, ਦੁਨੀਆ ਦੇ ਲੋਕ ਕੋਈ ਗੱਲ ਸਮਝ ਲਵੋ, ਪ੍ਰਭੂ ਦੇ ਨਾਮ ਤੋਂ ਬਿਨਾਂ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾਂ ਪ੍ਰਭੂ ਵਿੱਚ ਮਨੁੱਖ ਕਦੀ ਵੀ ਨਹੀਂ ਸਮਾ ਸਕਦਾ, ਕਦੀ ਵੀ ਲੀਨ ਚ ਨਹੀਂ ਹੋ ਸਕਦਾ। ਤੇ ਜਿਹੜਾ ਸਵਾਲ ਕੀਤਾ ਸੀ ਵੀ ਪਰਮੇਸ਼ਰ ਚ ਲੀਨ ਕਿਵੇਂ ਹੋਈਏ, ਗੁਰੂ ਸਾਹਿਬ ਨੇ ਉਹਦਾ ਜਵਾਬ ਦਿੱਤਾ, ਗੁਰੂ ਦੀ ਸ਼ਰਨ, ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਉਹਦੇ ਨਾਮ ਵਿੱਚ ਆਪਣੀ ਸੁਰਤ ਜੋੜ ਕੇ ਉਸ ਪਰਮੇਸ਼ਰ ਵਿੱਚ ਲੀਨ ਹੋ ਸਕਦਾ ਹੈ। ਭੁੱਲ ਚੁੱਕ ਦੀ ਖਿਮਾ ਜੀ। ਕਾਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।